ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਬ੍ਰਦਰ ਜਸਵੀਰ ਸਿੰਘ ਦੀ ਆ, ਜੋ ਦੱਸਦੇ ਨੇ ਕਿ 2 ਸਾਲ ਤੋਂ ਉਹਨਾਂ ਦਾ ਸਰੀਰ ਕੰਬਦਾ ਰਹਿੰਦਾ ਸੀ। ਜਦੋਂ ਡਾਕਟਰ ਕੋਲ ਜਾਂਦੇ ਸਨ, ਮੈਡੀਸਨ ਲੈਂਦੇ ਸਨ, ਕੋਈ ਫਰਕ ਨਹੀਂ ਸੀ ਪੈਂਦਾ। ਟੈਸਟ ਕਰਵਾਏ, ਬਿਲਕੁਲ ਨੋਰਮਲ ਆਏ, ਪਰ ਸਰੀਰ ਦਾ ਕੰਬਣਾ ਠੀਕ ਨਹੀਂ ਹੋਇਆ। ਬ੍ਰਦਰ ਦੱਸਦੇ ਨੇ ਕਿ ਉਹਨਾਂ ਨੂੰ ਭੁੱਖ ਵੀ ਨਹੀਂ ਸੀ ਲੱਗਦੀ। ਬ੍ਰਦਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਬ੍ਰਦਰ ਬਿਲਕੁਲ ਠੀਕ ਹਨ, ਉਹਨਾਂ ਨੂੰ ਭੁੱਖ ਵੀ ਲੱਗਦੀ ਹੈ ਅਤੇ ਉਹਨਾਂ ਦਾ ਸਰੀਰ ਦਾ ਕੰਬਣਾ ਉਸੇ ਦਿਨ ਤੋਂ ਹੀ ਬਿਲਕੁਲ ਬੰਦ ਹੋ ਗਿਆ। ਇਸ ਗਵਾਹੀ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਬ੍ਰਦਰ ਕੁਲਵੰਤ ਸਿੰਘ ਦੀ ਹੈ, ਜੋ ਕਿ 58 ਸਾਲ ਦੇ ਨੇ। ਬ੍ਰਦਰ ਨੇ ਵਰਤ ਰੱਖੇ ਸਨ ਔਰ ਵਰਤ ਦੇ ਸਮੇਂ ਬ੍ਰਦਰ ਕਹਿ ਰਹੇ ਹਨ ਕਿ ਉਹਨਾਂ ਨੇ ਛੱਤ ਪਾਉਣ ਦੇ ਲਈ 50 ਗੱਟੇ ਸੀਮਟ ਦੇ ਲਏ ਹੋਏ ਸਨ, ਜੋ ਕਿ ਬਾਹਰ ਪਏ ਹੋਏ ਸਨ। ਪਰਮੇਸ਼ਰ ਦੇ ਵੱਲੋਂ ਹੀ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਔਰ ਉਹਨਾਂ ਨੇ ਉਹ ਗੱਟੇ ਚੱਕ ਕੇ ਅੰਦਰ ਰੱਖ ਲਏ। ਬ੍ਰਦਰ ਦੱਸਦੇ ਨੇ ਕਿ 1-2 ਮਿੰਟ ਦੇ ਵਿੱਚ ਹੀ ਉਹ ਗੱਟੇ ਅੰਦਰ ਰੱਖਣ ਤੋਂ ਬਾਅਦ ਬਹੁਤ ਤੇਜ਼ ਮੀਂਹ ਆਉਣ ਲੱਗਿਆ ਔਰ ਪਰਮੇਸ਼ਰ ਨੇ ਉਹਨਾਂ ਦੇ ਬਹੁਤ ਵੱਡੇ ਨੁਕਸਾਨ ਤੋਂ ਉਹਨਾਂ ਦਾ ਬਚਾਅ ਕੀਤਾ। ਔਰ ਬ੍ਰਦਰ ਦੱਸਦੇ ਨੇ ਕਿ ਛੱਤ ਦੀ ਬਿਲਕੁਲ ਤਿਆਰੀ ਸੀ ਔਰ ਉਹਨਾਂ ਦਾ ਜੋ ਮਟੀਰੀਅਲ ਸੀ ਉਹ ਮਿਕਸ ਕੀਤਾ ਹੋਇਆ ਸੀ, ਕਿਉਂਕਿ ਬਾਰਿਸ਼ ਰੁਕ ਨਹੀਂ ਰਹੀ ਸੀ ਤਾਂ ਉਹ ਮਟੀਰੀਅਲ ਵੀ ਖਰਾਬ ਹੋ ਰਿਹਾ ਸੀ। ਤਾਂ ਬ੍ਰਦਰ ਨੇ ਪਰਮੇਸ਼ਰ ਅੱਗੇ ਦੁਆ ਕੀਤੀ ਕਿ ਪਰਮੇਸ਼ਰ, ਜਿੱਦਾਂ ਤੁਸੀਂ ਪਹਿਲਾਂ ਮੇਰੇ ਘਾਟੇ ਤੋਂ ਬਚਾਇਆ, ਹੁਣ ਵੀ ਮੈਨੂੰ ਇਸ ਘਾਟੇ ਤੋਂ ਬਚਾਉਣਾ। ਤਾਂ ਬ੍ਰਦਰ ਦੱਸਦੇ ਨੇ ਕਿ ਅੱਧੇ ਘੰਟੇ ਦੇ ਵਿੱਚ ਹੀ ਬਾਰਿਸ਼ ਬਿਲਕੁਲ ਬੰਦ ਹੋ ਗਈ। ਦੂਸਰੀ ਗਵਾਹੀ ਬ੍ਰਦਰ ਦੀ ਆ ਕਿ ਬ੍ਰਦਰ ਦੱਸਦੇ ਨੇ ਕਿ ਉਹਨਾਂ ਨੂੰ ਬੈਂਕ ਵਿੱਚ ਬੁਲਾਇਆ ਗਿਆ ਸੀ ਕਿ ਤੁਸੀਂ 2 ਬੰਦਿਆਂ ਨੂੰ ਗਵਾਹ ਦੇ ਲਈ ਖੜੇ ਕਰੋ, ਉਹ ਤੁਹਾਡੀ ਗਵਾਹੀ ਪਾਣ। ਤਾਂ ਉਹ ਦੱਸਦੇ ਨੇ ਕਿ ਬੈਂਕ ਵਿੱਚ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਟਾਈਮ ਖਰਾਬ ਹੁੰਦਾ ਸੀ ਔਰ ਇੱਕ ਦਿਨ ਪੂਰਾ ਖਰਾਬ ਹੋ ਜਾਂਦਾ ਸੀ। ਬ੍ਰਦਰ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਅਗਰ ਉਹ ਦੁਬਾਰਾ ਜਾਣਗੇ ਤਾਂ ਉਹਨਾਂ ਦਾ ਸਮਾਂ ਖਰਾਬ ਹੋਵੇਗਾ, ਪਰ ਉਹ ਹਜੇ ਲਾਈਨ ਵਿੱਚ ਲੱਗੇ ਹੀ ਸਨ ਕਿ ਪਰਮੇਸ਼ਰ ਨੇ ਉਹਨਾਂ ਦੀ ਗਵਾਹੀ ਦੇ ਲਈ ਉਹਨਾਂ ਨੂੰ ਇੱਕ ਪਰਸਨ ਮਿਲਾ ਦਿੱਤਾ, ਜੋ ਕਿ ਉਹਨਾਂ ਦਾ ਆਪਣਾ ਹੀ ਦੋਸਤ ਸੀ ਔਰ ਉਹਨਾਂ ਨੇ ਉਹਨਾਂ ਦੀ ਗਵਾਹੀ ਦੇ ਦਿੱਤੀ। ਔਰ ਦੂਸਰੀ ਗਵਾਹੀ ਉਹਨਾਂ ਦੇ ਬੇਟੇ ਦੇ ਫਰੈਂਡ ਨੇ ਦੇ ਦਿੱਤੀ। ਉਹਨਾਂ ਦਾ ਇਹ ਵੀ ਕੰਮ ਪਰਮੇਸ਼ਰ ਨੇ 5-10 ਮਿੰਟਾਂ ਦੇ ਵਿੱਚ ਹੀ ਸੋਲਵ ਕਰ ਦਿੱਤਾ। ਨੈਕਸਟ ਗਵਾਹੀ ਹੈ, ਉਹ ਦੱਸਦੇ ਨੇ ਕਿ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਨਿਊ ਕਰਵਾਉਣਾ ਸੀ ਔਰ ਜਿਸ ਜਗ੍ਹਾ 'ਤੇ ਉਹ ਅਪਲਾਈ ਕਰਨ ਗਏ ਉਹਨਾਂ ਨੇ ਕਿਹਾ ਕਿ ਸਮਾਂ ਵੀ ਲੱਗੇਗਾ ਔਰ ਪੈਸੇ ਵੀ ਕਾਫੀ ਲੱਗ ਜਾਣਗੇ, ਕਿਉਂਕਿ ਮੈਡੀਕਲ ਰਿਪੋਰਟ ਉਹਦੇ ਲਈ ਚਾਹੀਦੀ ਔਰ ਉਸ ਮੈਡੀਕਲ ਨੂੰ ਕਾਫੀ ਦਿਨ ਲੱਗ ਜਾਂਦੇ ਹਨ। ਬ੍ਰਦਰ ਦੱਸਦੇ ਹਨ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਸਿਰਫ 23 ਮਿੰਟ ਦੇ ਵਿੱਚ ਹੀ ਬਣ ਗਈ। ਅੱਧੇ ਘੰਟੇ ਦੇ ਵਿੱਚ ਉਹਨਾਂ ਦੀ ਮੈਡੀਕਲ ਰਿਪੋਰਟ ਬਣ ਕੇ ਤਿਆਰ ਹੋ ਗਈ ਔਰ ਦੱਸਦੇ ਨੇ ਕਿ ਮੈਡੀਕਲ ਤੋਂ ਬਾਅਦ ਉਹਨਾਂ ਨੇ 4000 ਦਾ ਖਰਚਾ ਉਹਨਾਂ ਨੂੰ ਦੱਸਿਆ ਸੀ, ਪਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਸਿਰਫ 1200 ਰੁਪਏ ਦੇ ਵਿੱਚ ਤਿਆਰ ਹੋ ਗਿਆ। ਔਰ ਲਾਸਟ ਗਵਾਹੀ ਬ੍ਰਦਰ ਦੀ ਆ ਕਿ ਉਹਨਾਂ ਦਾ ਬੇਟਾ ਲੜ ਕੇ ਘਰੋਂ ਬਾਹਰ ਚਲਾ ਗਿਆ ਸੀ। ਬ੍ਰਦਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਕੀਤੀ ਅਤੇ ਉਹਨਾਂ ਨੂੰ ਲੱਭਣ ਦੇ ਲਈ ਆਪਣੇ ਦੂਜੇ ਬੇਟੇ ਦੇ ਨਾਲ ਚਲੇ ਗਏ। ਬ੍ਰਦਰ ਦੱਸਦੇ ਹਨ ਕਿ ਜਦੋਂ ਉਹਨਾਂ ਦਾ ਬੇਟਾ ਬਾਈਕ ਤੇ ਜਾ ਰਿਹਾ ਸੀ ਤਾਂ ਉਹ ਬਾਈਕ ਤੋਂ ਡਿੱਗ ਗਏ, ਪਰ ਪਰਮੇਸ਼ਰ ਨੇ ਉਹਨਾਂ ਨੂੰ ਸੱਟ ਤੋਂ ਬਚਾਇਆ ਔਰ ਉਹਨਾਂ ਦਾ ਦੂਜਾ ਬੇਟਾ ਵੀ ਘਰ ਵਾਪਸ ਆ ਗਿਆ। ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਕੱਲ੍ਹ ਅਸੀਂ ਆਮ ਹੀ ਚਰਚਾ ਦੇ ਵਿੱਚ ਦੇਖਦੇ ਹਾਂ ਕਿ ਲੋਕ ਕਹਿੰਦੇ ਆ ਕਿ ਸਾਨੂੰ ਪਵਿੱਤਰ ਆਤਮਾ ਛੂੰਹਦਾ ਆ, ਔਰ ਕਹਿੰਦੇ ਜਦੋਂ ਪਵਿੱਤਰ ਆਤਮਾ ਛੂੰਹਦਾ ਆ ਉਹ ਬੇਸੁਰਤ ਹੋ ਜਾਂਦੇ, ਚੀਕਾਂ ਮਾਰਦੇ ਆ, ਬੁਰੇ ਤਰੀਕੇ ਨਾਲ ਹੱਥ ਹਿਲਾਉਂਦੇ ਆ, ਬੁਰੇ ਤਰੀਕੇ ਨਾਲ ਡਿੱਗਦੇ ਆ, ਲਿਟਦੇ ਆ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ, ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ, ਚੀਕਾਂ ਮਾਰਦੇ, ਤਾੜੀਆਂ ਮਾਰਦੇ ਆ। ਇਹ ਸਾਰੇ ਦੇ ਸਾਰੇ ਕੰਮ ਉਹਨਾਂ ਨੂੰ ਦੱਸਿਆ ਜਾਂਦਾ ਕਿ ਪਵਿੱਤਰ ਆਤਮਾ ਕਰਦਾ ਆ। ਇਹ ਸਭ ਜੋ ਹੁੰਦਾ ਆ ਉਹ ਪਵਿੱਤਰ ਆਤਮਾ ਉਤਰਦਾ ਆ, ਇਸ ਲਈ ਉਹ ਕਰਦਾ ਆ। ਤਾਂ ਅਸੀਂ ਜਾਣਾਂਗੇ ਸਭ ਤੋਂ ਪਹਿਲਾਂ ਕਿ ਆਤਮਾ ਕਿੰਨੇ ਪ੍ਰਕਾਰ ਦੇ ਹੁੰਦੇ ਆ।
ਪਵਿੱਤਰ ਆਤਮਾ ਕਿੰਨੇ ਪ੍ਰਕਾਰ ਦੇ ਹੁੰਦੇ ਆ, ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਪਹਿਲਾ ਕੁਰਿੰਥੀਓ ਦੇ 12 ਨੰਬਰ ਅਧਿਆਇ ਦੀ 4 ਨੰਬਰ ਆਇਤ ਨੂੰ, ਦਾਤਾਂ ਅਨੇਕ ਪ੍ਰਕਾਰ ਦੀਆਂ ਹਨ ਪਰ ਆਤਮਾ ਇੱਕੋ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਆਤਮਾ ਸਿਰਫ ਇੱਕੋ ਆ, ਦਾਤਾਂ ਅਨੇਕ ਪ੍ਰਕਾਰ ਦੀਆਂ। ਉਹ ਦਾਤਾਂ ਕੀ ਆ? ਆਤਮਿਕ ਵਰਦਾਨ ਆ। ਪਰਮੇਸ਼ਰ ਕਹਿੰਦਾ ਆਤਮਿਕ ਵਰਦਾਨ ਜਿਹੜੇ ਆ ਉਹ ਅਨੇਕ ਤਰ੍ਹਾਂ ਦੇ ਆ, ਅਲੱਗ-ਅਲੱਗ ਤਰ੍ਹਾਂ ਦੇ ਆਤਮਿਕ ਵਰਦਾਨ ਆ, ਪਰ ਜਿਹੜਾ ਆਤਮਾ ਆ ਉਹ ਇੱਕੋ ਆ। ਇਹਦਾ ਮਤਲਬ ਇੱਕ ਹੀ ਆਤਮਾ, ਪਵਿੱਤਰ ਆਤਮਾ ਸਿਰਫ ਇੱਕ ਆ, ਔਰ ਉਹ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ। ਤਾਂ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਔਰ ਉਹਦੇ ਫਲ ਕਿੱਦਾਂ ਦੇ ਹੁੰਦੇ, ਜਾਂ ਫਿਰ ਆਤਮਾ ਜਦੋਂ ਜਿਸ ਕਿਸੇ ਇਨਸਾਨ ਦੇ ਵਿੱਚ ਪਵਿੱਤਰ ਆਤਮਾ ਉਤਰਦਾ ਤਾਂ ਉਹ ਇਨਸਾਨ ਕਿੱਦਾਂ ਦਾ ਹੋਣਾ ਚਾਹੀਦਾ ਜਿਹਦੇ ਤੇ ਪਵਿੱਤਰ ਆਤਮਾ ਉਤਰਦਾ, ਔਰ ਪਵਿੱਤਰ ਆਤਮਾ ਦਾ ਕੰਮ ਕੀ ਆ ਉਹ ਜਾਣਨ ਦੇ ਲਈ ਨੈਕਸਟ ਵਚਨ 'ਚੋਂ ਪੜਾਂਗੇ। ਗਲਾਤੀਆ 5 ਦੀ 22 ਨੰਬਰ ਆਇਤ ਨੂੰ, ਪਰ ਆਤਮਾ ਦਾ ਫਲ ਇਹ ਹੈ ਪਿਆਰ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ ਅਤੇ ਵਫਾਦਾਰੀ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਹੜਾ ਪਵਿੱਤਰ ਆਤਮਾ ਆ ਉਹਦੇ ਕੁਝ ਫਲ ਆ ਕਿ ਹਰ ਇੱਕ ਪਰਸਨ ਤੇ ਪਵਿੱਤਰ ਆਤਮਾ ਨਹੀਂ ਉਤਰ ਸਕਦਾ, ਉਹਦੇ ਤੇ ਹੀ ਉਤਰਦਾ ਆ ਜਿਹਦੇ ਕੋਲੇ ਆਤਮਿਕ ਫਲ ਆ। ਔਰ ਆਤਮਿਕ ਫਲ ਕੀ? ਪਿਆਰ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ ਅਤੇ ਵਫਾਦਾਰੀ। ਮਤਲਬ ਵਚਨ ਕਹਿੰਦਾ ਕਿ ਜਿਹੜੀ ਸ਼ਾਂਤੀ ਆ, ਸਭ ਤੋਂ ਪਹਿਲਾਂ ਅਸੀਂ ਇਸੇ ਗੱਲ ਤੇ ਫੋਕਸ ਕਰਾਂਗੇ ਕਿ ਜਿਹੜਾ ਪਵਿੱਤਰ ਆਤਮਾ ਉਹ ਸ਼ਾਂਤ ਆ। ਪਵਿੱਤਰ ਆਤਮਾ ਕੀ ਆ? ਸ਼ਾਂਤ ਆ ਬਿਲਕੁਲ। ਔਰ ਪਵਿੱਤਰ ਆਤਮਾ ਕੀ ਕੰਮ ਕਰਦਾ ਆ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਪਹਿਲਾ ਕੁਰਿੰਥੀਓ ਦੇ 14 ਨੰਬਰ ਅਧਿਆਇ ਦੀ 33 ਔਰ 34 ਨੰਬਰ ਆਇਤ ਨੂੰ, ਕਿਉਂ ਜੋ ਪਰਮੇਸ਼ਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ, ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਆਵਾਂ ਵਿੱਚ ਹੈ। ਕਲੀਸਿਆਵਾਂ ਵਿੱਚ ਔਰਤਾਂ ਚੁੱਪ ਰਹਿਣ, ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਰਹਿਣ ਜਿਵੇਂ ਵਿਵਸਥਾ ਕਹਿੰਦੀ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਹੜਾ ਪਰਮੇਸ਼ਰ ਆ ਉਹ ਗੜਬੜੀ ਦਾ ਨਹੀਂ ਆ, ਉਹ ਪਰਮੇਸ਼ਰ ਕੀ ਆ? ਸ਼ਾਂਤੀ ਦਾ ਆ। ਔਰ ਆਤਮਾ ਕਿਹਦਾ ਆ? ਪਰਮੇਸ਼ਰ ਦਾ। ਔਰ ਪਰਮੇਸ਼ਰ ਕੀ ਖੁਦ ਸਰੀਰ ਆ? ਪਰਮੇਸ਼ਰ ਖੁਦ ਵੀ ਕੀ ਇੱਕ ਆਤਮਾ ਆ। ਔਰ ਗੜਬੜੀ ਕੀ ਹੁੰਦੀ ਅਸੀਂ ਜਾਣਦੇ, ਚੀਕਾਂ ਮਾਰਨੀਆਂ, ਰੌਲਾ ਪਾਉਣਾ, ਡਿੱਗ ਜਾਣਾ, ਆਪਣੇ ਕੱਪੜੇ ਲੱਤੇ ਦੀ ਵੀ ਸੁਰਤ ਨਾ ਰਹਿਣਾ। ਇੱਕ ਔਰਤ ਬੜੀ ਤਹਿਜ਼ੀਬ ਨਾਲ ਉੱਠਦੀ ਬੈਠਦੀ ਚੱਲਦੀ, ਔਰ ਅਸੀਂ ਸਭ ਤੋਂ ਵੱਧ ਵੇਖਦੇ ਹਾਂ ਚਰਚਾਂ ਦੇ ਵਿੱਚ ਕਿ ਔਰਤਾਂ ਹੀ ਕਹਿੰਦੀਆਂ ਕਿ ਸਾਡੇ ਤੇ ਪਵਿੱਤਰ ਆਤਮਾ ਉਤਰਦਾ। ਔਰਤਾਂ ਹੀ ਜ਼ਿਆਦਾ ਉੱਥੇ ਬਹੁਤ ਬੁਰੇ ਤਰੀਕੇ ਨਾਲ ਹੱਥ ਪੈਰ ਚਲਾਉਂਦੀਆਂ, ਬੋਲਦੀਆਂ ਆ, ਚੀਕਾਂ ਮਾਰਦੀਆਂ ਆ, ਹੱਸਦੀਆਂ, ਤਾੜੀਆਂ ਮਾਰਦੀਆਂ, ਡਿੱਗ ਜਾਂਦੀਆਂ, ਉਹਨਾਂ ਨੂੰ ਆਪਣੇ ਕੱਪੜੇ ਲੀੜੇ ਦੀ ਸੁਰਤ ਨਹੀਂ ਰਹਿੰਦੀ। ਇੱਕ ਔਰਤ ਚਾਹੇ ਕਿੱਦਾਂ ਦੀ ਵੀ ਹੋਵੇ ਉਹ ਆਪਣੇ ਦੁਪੱਟੇ ਦੀ, ਆਪਣੇ ਕੱਪੜੇ ਦੀ ਸੁਰਤ ਰੱਖਦੀ ਆ, ਪਰ ਜਦੋਂ ਪਵਿੱਤਰ ਆਤਮਾ ਕਹਿੰਦੇ ਸਾਡੇ ਤੇ ਉਤਰਦਾ ਉਹਨੂੰ ਕਿਸੇ ਚੀਜ਼ ਦੀ ਕੋਈ ਸੁਰਤ ਨਹੀਂ ਰਹਿੰਦੀ, ਉਹ ਗੜਬੜ ਹੋ ਜਾਂਦੀ। ਉਸ ਵੇਲੇ ਸਭ ਕੁਝ ਗੜਬੜ ਹੋ ਜਾਂਦੀ। ਇੱਕ ਔਰਤ ਜਦੋਂ ਕਹਿੰਦੇ ਪਵਿੱਤਰ ਆਤਮਾ ਉਤਰਦਾ, ਇੱਦਾਂ ਦੀਆਂ ਐਕਟੀਵਿਟੀਜ਼ ਕਰਦੀਆਂ ਜੋ ਆਮ ਨਹੀਂ ਉਹ ਕਰ ਸਕਦੀਆਂ, ਆਮ ਚੱਲਦੇ ਫਿਰਦੇ ਕਦੇ ਨਹੀਂ ਕਰਦੀਆਂ। ਜਦੋਂ ਕਹਿੰਦੇ ਸਾਡੇ ਤੇ ਪਵਿੱਤਰ ਆਤਮਾ ਉਤਰਿਆ ਉਦੋਂ ਉਹ ਅਜੀਬ ਹਰਕਤਾਂ ਕਰਦੀਆਂ, ਤਾੜੀਆਂ ਮਾਰਦੀਆਂ। ਖਾਸ ਤੌਰ ਤੇ ਵੈਸੇ ਤਾਂ ਮਰਦ ਵੀ ਆ ਪਰ ਜ਼ਿਆਦਾਤਰ ਔਰਤਾਂ ਆ। ਪਰ ਪਰਮੇਸ਼ਰ ਦਾ ਵਚਨ ਹੀ ਸਾਨੂੰ ਕੀ ਕਹਿੰਦਾ ਕਿ ਕਲੀਸਿਆਵਾਂ ਦੇ ਵਿੱਚ ਔਰਤਾਂ ਨੂੰ ਚੁੱਪ ਰਹਿਣਾ ਚਾਹੀਦਾ, ਬੋਲਣ ਦੀ ਆਗਿਆ ਨਹੀਂ ਹੈ। ਜਦੋਂ ਪ੍ਰਭੂ ਦਾ ਆਤਮਾ ਹੀ ਇਹ ਗੱਲ ਕਹਿ ਰਿਹਾ ਕਿ ਤੁਹਾਨੂੰ ਬੋਲਣ ਦੀ ਆਗਿਆ ਹੀ ਨਹੀਂ ਹੈਗੀ, ਤਾਂ ਕੀ ਉਹ ਇਹ ਕਹੇਗਾ ਕਿ ਰੌਲਾ ਪਾਉਣ ਦੀ ਤੇ ਚੀਕਾਂ ਮਾਰਨ ਦੀ ਤੁਹਾਨੂੰ ਆਗਿਆ ਆ? ਤੇ ਜੇ ਉਹ ਕਵੇ, ਔਰਤ ਕਵੇ ਵੀ ਪ੍ਰਭੂ ਤੂੰ ਹੀ ਤਾਂ ਆਪਣਾ ਆਤਮਾ ਭੇਜ ਕੇ ਮੈਥੋਂ ਚੀਕਾਂ ਮਰਵਾਈਆਂ, ਮੈਥੋਂ ਫਾਲਤੂ ਬੁਲਵਾਇਆ, ਮੈਨੂੰ ਡੇਗਿਆ, ਮੈਨੂੰ ਤੂੰ ਗੜਬੜੀ ਵਿੱਚ ਪਾਇਆ, ਤਾਂ ਕੀ ਉਹ ਪਰਮੇਸ਼ਰ ਆਪਣੀ ਗੱਲ ਤੇ ਵਫਾਦਾਰ ਆ? ਕੀ ਪਰਮੇਸ਼ਰ ਇਸ ਗੱਲ ਦੇ ਵਿੱਚ ਕਹੇਗਾ ਕਿ ਔਰਤ ਦਾ ਦੋਸ਼ ਆ? ਇਹਦਾ ਮਤਲਬ ਜਿਹੜਾ ਆਤਮਾ ਹੈ ਨਾ ਉਹ ਪਰਮੇਸ਼ਰ ਦਾ ਆਤਮਾ ਨਹੀਂ ਆ। ਸਿੱਧੇ ਕਲੀਅਰ ਵਰਡਸ ਦੇ ਵਿੱਚ ਆ ਕਿ ਪਵਿੱਤਰ ਆਤਮਾ ਗੜਬੜੀ ਦਾ ਆਤਮਾ ਨਹੀਂ ਆ, ਉਹ ਸ਼ਾਂਤੀ ਦਾ ਆਤਮਾ ਆ। ਔਰ ਪਵਿੱਤਰ ਆਤਮਾ ਦਾ ਕੰਮ ਚੀਕਾਂ ਮਾਰਨਾ, ਰੌਲਾ ਪਾਉਣਾ, ਤਾੜੀਆਂ ਮਾਰਨਾ, ਬੁਰੇ ਹਾਲ ਕਰਨਾ, ਬੇਸੁਰਤ ਕਰਨਾ, ਇਹ ਕੰਮ ਪਵਿੱਤਰ ਆਤਮਾ ਦਾ ਨਹੀਂ ਆ। ਬੇਸੁਰਤ ਕੌਣ ਹੁੰਦੇ? ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ। ਤਾਂ ਕੀ ਪਵਿੱਤਰ ਆਤਮਾ ਬੇਸਮਝ ਆ? ਪਰਮੇਸ਼ਰ ਕਹਿੰਦਾ ਔਰਤ ਨੂੰ ਪਿਆਰ ਕਰੋ, ਔਰਤ ਦੀ ਇੱਜ਼ਤ ਕਰੋ। ਤਾਂ ਜਦੋਂ ਇੱਕ ਔਰਤ ਬੁਰੇ ਤਰੀਕੇ ਨਾਲ ਡਿੱਗਦੀ ਆ, ਲਿਟਦੀ ਆ, ਉਹ ਕਿੰਨਾ ਗਲਤ ਲੱਗਦਾ। ਕੀ ਉਹ ਕੰਮ ਪਰਮੇਸ਼ਰ ਦਾ ਆ? ਕੀ ਉਹ ਪਵਿੱਤਰ ਆਤਮਾ ਦਾ ਕੰਮ ਆ? ਵਚਨ ਸਾਨੂੰ ਸਟਾਰਟਿੰਗ 'ਚ ਕੀ ਕਹਿ ਰਿਹਾ ਕਿ ਪਰਮੇਸ਼ਰ ਗੜਬੜੀ ਦਾ ਨਹੀਂ, ਉਹ ਸ਼ਾਂਤੀ ਦਾ ਆ। ਤਾਂ ਕੀ ਪਰਮੇਸ਼ਰ ਸ਼ਾਂਤੀ ਦਾ ਆ ਤੇ ਉਹ ਆਤਮਾ ਜਿਹੜਾ ਘੱਲਿਆ ਗਿਆ ਉਹ ਪਰਮੇਸ਼ਰ ਵੱਲੋਂ ਆ, ਤਾਂ ਕੀ ਉਹ ਆਪਣੀ ਮਰਜ਼ੀ ਕਰ ਰਿਹਾ? ਕਿ ਇੱਕ ਆਤਮਾ ਆਪਣੀ ਮਰਜ਼ੀ ਕਰ ਸਕਦਾ? ਜਦੋਂ ਵਚਨ 'ਚ ਲਿਖਿਆ ਵੀ ਔਰਤਾਂ ਬੋਲਣ ਵੀ ਨਾ, ਤਾਂ ਕੀ ਔਰਤਾਂ ਚੀਕਾਂ ਮਾਰ ਸਕਦੀਆਂ? ਔਰਤਾਂ ਡਿੱਗ ਸਕਦੀਆਂ? ਔਰਤਾਂ ਬੇਸੁਰਤ ਹੋ ਸਕਦੀਆਂ? ਇਹ ਆਤਮਾ ਪਰਮੇਸ਼ਰ ਦਾ ਨਹੀਂ ਆ।
क्योंकि परमेश्वर दा आत्मा की करदा, ਉਹ परमेश्वर ਦੀ ਆਗਿਆ ਨੂੰ ਮੰਨਦਾ ਆ। ਨੈਕਸਟ ਵਚਨ 'ਚੋਂ ਅਸੀਂ ਪੜਾਂਗੇ ਪਹਿਲਾ ਯੂਹੰਨਾ ਉਹਦੇ 4 ਨੰਬਰ ਅਧਿਆਇ ਦੀ 3 ਨੰਬਰ ਆਇਤ ਨੂੰ, ਅਤੇ ਹਰੇਕ ਆਤਮਾ ਜਿਹੜਾ ਯੀਸ਼ੂ ਨੂੰ ਨਹੀਂ ਮੰਨਦਾ ਉਹ ਪਰਮੇਸ਼ਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ, ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ। ਹਾਲੇਲੂਇਆ। ਕਿਹੜਾ ਆਤਮਾ ਆ ਇਹ? ਮਸੀਹ ਵਿਰੋਧੀ ਆਤਮਾ ਆ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਵੀ ਚਰਚ ਵਿੱਚ ਤਾਂ ਪ੍ਰਭੂ ਦਾ ਵਾਸ ਹੈ ਤੇ ਉੱਥੇ ਮਸੀਹ ਵਿਰੋਧੀ ਆਤਮਾ ਕਿਵੇਂ ਉਤਰ ਆਇਆ, ਕਿਉਂਕਿ ਅਸੀਂ ਸਭ ਦੇ ਸਭ ਹੀ ਜਾਣਦੇ ਹਾਂ ਕਿ ਜਦੋਂ ਪਰਮੇਸ਼ਰ ਕਹਿੰਦਾ ਕਿ ਦੂਤ ਪਰਮੇਸ਼ਰ ਨੂੰ ਮਿਲਣ ਆਏ ਸੀ, ਜਦੋਂ ਅਯੂਬ ਨਬੀ ਦੀ ਕਹਾਣੀ ਦੇ ਵਿੱਚ, ਤਾਂ ਉੱਥੇ ਸ਼ੈਤਾਨ ਵੀ ਗਿਆ ਤੇ ਉਹ ਵੀ ਪਰਮੇਸ਼ਰ ਦੇ ਉੱਥੇ ਭਵਨ 'ਚ ਕਹਿੰਦਾ ਸੀ, ਪਰਮੇਸ਼ਰ ਕਹਿੰਦਾ ਤੂੰ ਕਿੱਥੋਂ ਆਇਆ? ਇਹਦਾ ਮਤਲਬ ਜਦੋਂ ਦੂਤ ਉੱਥੇ ਪਰਮੇਸ਼ਰ ਦੀ ਹਜ਼ੂਰੀ 'ਚ ਖੜੇ ਸੀ ਤੇ ਉੱਥੇ ਪਵਿੱਤਰ ਆਤਮਾ ਵੀ ਪਰਮੇਸ਼ਰ ਦੀ ਹਜ਼ੂਰੀ 'ਚ ਖੜਿਆ ਸੀ, ਉੱਥੇ ਸ਼ੈਤਾਨ ਵੀ ਪਰਮੇਸ਼ਰ ਦੀ ਹਜ਼ੂਰੀ 'ਚ ਖੜਿਆ ਸੀ। ਔਰ ਸ਼ੈਤਾਨ ਦੇ ਨਾਲ ਪਰਮੇਸ਼ਰ ਗੱਲ ਕਰ ਰਿਹਾ ਸੀ, ਉਹਨੂੰ ਕਹਿ ਰਿਹਾ ਸੀ ਤੂੰ ਕਿੱਥੋਂ ਆਇਆ? ਉਹ ਕਹਿੰਦਾ ਮੈਂ ਧਰਤੀ ਤੋਂ ਘੁੰਮ ਕੇ ਆਇਆ। ਅਯੂਬ ਨਬੀ ਦੀ ਪੁਸਤਕ ਦੇ ਵਿੱਚ ਪਰਮੇਸ਼ਰ ਤੇ ਸ਼ੈਤਾਨ ਦੀਆਂ ਗੱਲਾਂ ਲਿਖੀਆਂ ਹੋਈਆਂ ਕਿ ਉਹ ਗੱਲਾਂ ਕਰ ਰਹੇ ਸੀ ਆਪਸ 'ਚ। ਇਹਦਾ ਮਤਲਬ ਕਿ ਪਰਮੇਸ਼ਰ ਤੋਂ ਸ਼ੈਤਾਨ ਨਹੀਂ ਡਰਦਾ। ਸ਼ੈਤਾਨ ਕਿੱਥੋਂ ਡਰਦਾ? ਵਿਸ਼ਵਾਸ ਤੋਂ ਡਰਦਾ, ਵਿਸ਼ਵਾਸੀ ਦੇ ਵਿਸ਼ਵਾਸ ਤੋਂ, ਕਿ ਪਰਮੇਸ਼ਰ ਨਾਲ ਤੋਂ ਚੈਲੰਜ ਕਰਕੇ ਆਇਆ ਕਿ ਮੈਂ ਤੇਰੇ ਲੋਕਾਂ ਨੂੰ ਪਰਖਾਂਗਾ। ਉਹ ਕਹਿੰਦਾ ਵਿਸ਼ਵਾਸ ਨਾਲ ਉਹ ਤੇਰੇ ਤੇ ਫਤਿਹ ਪਾਉਣਗੇ। ਤੋ ਗੜਬੜੀ ਦਾ ਆਤਮਾ ਆਉਂਦਾ ਆ ਤੇ ਪਰਮੇਸ਼ਰ ਦੇ ਲੋਕਾਂ ਨੂੰ ਭੜਕਾ ਦਿੰਦਾ, ਪਰਮੇਸ਼ਰ ਦੀ ਹਜ਼ੂਰੀ ਵਿੱਚ ਪਹੁੰਚ ਕੇ ਉਹਦੇ ਲੋਕਾਂ 'ਚ ਕੰਮ ਕਰਦਾ। ਜਦੋਂ ਅਸੀਂ ਦੇਖਦੇ ਜਿਹਨੂੰ ਪਵਿੱਤਰ ਆਤਮਾ ਹੁੰਦਾ ਤਾਂ ਉਹ ਐਡਾ ਚੀਕਾਂ ਮਾਰੇ, ਰੌਲਾ ਪਾਵੇ, ਤਾਂ ਕੀ ਉਹ ਸ਼ਾਂਤੀ ਵਾਲਾ ਕੰਮ ਕਰ ਰਿਹਾ ਆ? ਪਰਮੇਸ਼ਰ ਦਾ ਆਤਮਾ ਕਹਿੰਦਾ ਕਿ ਹਰੇਕ ਆਤਮਾ ਜਿਹੜਾ ਪ੍ਰਭੂ ਦੇ ਕੰਮਾਂ ਨੂੰ ਮੰਨਦਾ ਹੀ ਨਹੀਂ, ਜਿਹੜਾ ਮੰਨਦਾ ਹੀ ਨਹੀਂ ਯਿਸੂ ਨੂੰ, ਕਹਿੰਦਾ ਉਹ ਪਰਮੇਸ਼ਰ ਵੱਲੋਂ ਨਹੀਂ ਹੈਗਾ। ਜੇ ਪਰਮੇਸ਼ਰ ਕਹਿੰਦਾ ਸ਼ਾਂਤੀ ਨਾਲ ਰਹੋ, ਪਰਮੇਸ਼ਰ ਦਾ ਆਤਮਾ ਕਿਹੜਾ ਆ? ਸ਼ਾਂਤੀ ਦਾ। ਔਰ ਲਾਸਟ ਵਚਨ 'ਚੋਂ ਪੜ੍ਹਿਆ ਸੀ ਕਿ ਪਰਮੇਸ਼ਰ ਦਾ ਆਤਮਾ ਗੜਬੜੀ ਦਾ ਨਹੀਂ ਆ, ਉਹ ਸ਼ਾਂਤੀ ਦਾ ਪਰਮੇਸ਼ਰ ਆ। ਤੇ ਜੇ ਇਹ ਗੜਬੜ ਹੋ ਰਹੀ ਆ, ਇਹਦਾ ਮਤਲਬ ਉਹ ਮਸੀਹ ਵਿਰੋਧੀ ਆਤਮਾ ਤੋਂ ਹੋ ਰਹੀ ਆ। ਕਹਿੰਦਾ ਇਹ ਆਤਮਾ ਜਿਹੜਾ ਆ ਉਹ ਮਸੀਹ ਵਿਰੋਧੀ ਆ, ਤੇ ਉਹ ਕਹਿੰਦਾ ਹੁਣ ਵੀ ਸੰਸਾਰ 'ਚ ਹੈਗਾ ਆ। ਜਿਹੜਾ ਗੜਬੜੀ ਕਰਨ ਵਾਲਾ ਆਤਮਾ ਹੈ ਨਾ, ਚੀਕਾਂ ਮਾਰਨ ਵਾਲਾ, ਰੌਲਾ ਪਾਉਣ ਵਾਲਾ, ਲਿਟਣ ਵਾਲਾ ਆਤਮਾ, ਇਹ ਮਸੀਹ ਵਿਰੋਧੀ ਆਤਮਾ ਆ। ਇਸ ਗੱਲ ਦੇ ਭੁਲਾਵੇ ਵਿੱਚ ਨਾ ਰਹੋ ਕਿ ਅਸੀਂ ਚਰਚ 'ਚ ਜਾਂਦੇ, ਅਸੀਂ ਬੇਸੁਰਤ ਹੋ ਜਾਂਦੇ ਆ, ਸਾਨੂੰ ਕੁਛ ਚੀਜ਼ ਦੀ ਸਮਝ ਨਹੀਂ ਰਹਿੰਦੀ, ਅਸੀਂ ਤੜਫਦੇ ਹਾਂ, ਅਸੀਂ ਤਾੜੀਆਂ ਮਾਰਦੇ ਤੇ ਵੀ ਸਾਨੂੰ ਪਵਿੱਤਰ ਆਤਮਾ ਨੇ ਛੂਹ ਲਿਆ। ਅੱਜ ਬਹੁਤਿਆਂ ਦੇ ਦਿਲ ਟੁੱਟਣਗੇ ਜਿਨ੍ਹਾਂ ਦੇ ਨਾਲ ਅਜਿਹਾ ਹੁੰਦਾ ਆ। ਪਰ ਵਚਨ ਕਹਿੰਦਾ ਸੱਚ ਨੂੰ ਜਾਣ ਤਾਂ ਸੱਚ ਤੈਨੂੰ ਆਜ਼ਾਦ ਕਰੇਗਾ। ਜਦ ਤੱਕ ਸਾਨੂੰ ਰੋਗ ਦਾ ਪਤਾ ਨਹੀਂ ਲੱਗਦਾ ਅਸੀਂ ਇਲਾਜ ਨਹੀਂ ਕਰ ਪਾਉਂਦੇ। ਜਦੋਂ ਸਾਨੂੰ ਰੋਗ ਦਾ ਪਤਾ ਲੱਗਦਾ ਫਿਰ ਹੀ ਅਸੀਂ ਉਹਦਾ ਇਲਾਜ ਕਰਦੇ ਹਾਂ ਨਾ। ਹੁਣ ਅੱਜ ਸਾਨੂੰ ਇਸ ਰੋਗ ਦਾ ਪਤਾ ਲੱਗ ਗਿਆ ਕਿ ਪ੍ਰਭੂ ਦਾ ਆਤਮਾ ਗੜਬੜੀ ਦਾ ਆਤਮਾ ਨਹੀਂ ਆ, ਉਹ ਰੌਲਾ ਪਾਉਣ ਵਾਲਾ, ਚੀਕਾਂ ਮਾਰਨ ਵਾਲਾ, ਰੋਣ ਵਾਲਾ, ਬੇਕਾਬੂ ਹੋਣ ਵਾਲਾ, ਬੇਸੁਰਤ ਹੋਣ ਵਾਲਾ, ਡਿੱਗਣ ਵਾਲਾ, ਆਪਣੀ ਸਮਝ ਗਵਾਉਣ ਵਾਲਾ ਆਤਮਾ ਪਰਮੇਸ਼ਰ ਦਾ ਆਤਮਾ ਨਹੀਂ ਆ। ਇਹ ਮਸੀਹ ਵਿਰੋਧੀ ਆਤਮਾ ਜਿਹੜਾ ਸੰਸਾਰ ਦੇ ਵਿੱਚ ਆਇਆ ਆ। ਇੱਕ ਹੋਰ ਗੱਲ ਅਸੀਂ ਦੇਖਾਂਗੇ ਕਿ ਜਿਹੜੇ ਮਸੀਹ ਵਿਰੋਧੀ ਲੋਕ ਆ, ਜਿਨ੍ਹਾਂ ਦੇ ਵਿੱਚ ਕਹਿ ਲਓ ਮਸੀਹ ਵਿਰੋਧੀ ਦਾ ਆਤਮਾ ਆ, ਜਿਨ੍ਹਾਂ ਦੇ ਵਿੱਚ ਮਸੀਹ ਵਿਰੋਧੀ ਦਾ ਆਤਮਾ ਕੰਮ ਕਰਦਾ, ਚਰਚਾਂ ਦੇ ਵਿੱਚ ਜਦੋਂ ਪਾਸਟਰ ਸਿਰ ਤੇ ਹੱਥ ਰੱਖਦਾ ਪਿੱਛੇ ਨੂੰ ਡਿੱਗਦੇ ਆ ਉਹ, ਕਿਉਂਕਿ ਉਹਨਾਂ ਦੇ ਸਾਹਮਣੇ ਪਵਿੱਤਰ ਆਤਮਾ ਖੜਿਆ ਹੁੰਦਾ। ਪਰਮੇਸ਼ਰ ਦੇ ਦਾਸ ਦੇ ਵਿੱਚ ਦੀ ਹੋ ਕੇ ਜਾਂ ਫਿਰ ਪਰਮੇਸ਼ਰ ਦੇ ਦਾਸ ਦੇ ਵੀ ਅੱਗੇ ਹੋ ਕੇ ਪਵਿੱਤਰ ਆਤਮਾ ਖੜਾ ਹੁੰਦਾ ਤੇ ਦੁਸ਼ਟ ਆਤਮਾ ਪਿੱਛੇ ਨੂੰ ਡਿੱਗਦਾ। ਇਸ ਗੱਲ ਦੀ ਗਵਾਹੀ ਦੇ ਲਈ ਅਸੀਂ ਨੈਕਸਟ ਵਚਨ 'ਚੋਂ ਪੜਾਂਗੇ ਰਸੂਲਾਂ ਦੇ ਕਰਤਾਬੋ ਦੇ 9 ਨੰਬਰ ਅਧਿਆਇ ਦੀ 4 ਨੰਬਰ ਆਇਤ ਨੂੰ। ਅਤੇ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੋਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਹਾਲੇਲੂਇਆ। ਅਸੀਂ ਜਾਣਦੇ ਕਿ ਜਦੋਂ ਸੌਲੋਸ ਜਾ ਰਿਹਾ ਸੀ ਤਾਂ ਉਹਨੂੰ ਇੱਕ ਆਵਾਜ਼ ਸੁਣਾਈ ਦਿੱਤੀ ਸੀ ਕਿ ਹੇ ਸੌਲੋਸ ਤੂੰ ਮੈਨੂੰ ਕਿਉਂ ਸਤਾਉਂਦਾ ਆ? ਸੌਲੋਸ ਕਦੋਂ ਸੀ? ਕੌਣ ਸੀ ਜਿਹੜਾ ਲੋਕਾਂ ਨੂੰ ਸਤਾਉਂਦਾ ਸੀ? ਮਸੀਹ ਦੇ ਧਰਮੀਆਂ ਨੂੰ, ਵਿਸ਼ਵਾਸੀਆਂ ਨੂੰ ਸਤਾਉਂਦਾ ਸੀ, ਮਾਰਦਾ ਕੁੱਟਦਾ ਸੀ, ਘਸੀਟਦਾ ਸੀ, ਘਰਾਂ 'ਚੋਂ ਬਾਹਰ ਲੈ ਜਾਂਦਾ ਸੀ। ਤੇ ਜਦੋਂ ਉਹਦੇ ਸਾਹਮਣੇ ਪਰਮੇਸ਼ਰ ਦਾ ਆਤਮਾ ਆਇਆ ਤਾਂ ਉਹ ਪਿੱਛੇ ਨੂੰ ਡਿੱਗ ਗਿਆ, ਜਦ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਰ ਦਾ ਦਾਸ ਸੀ, ਜਦ ਕਿ ਪ੍ਰਭੂ ਜਾਣਦਾ ਸੀ ਕਿ ਮੇਰਾ ਦਾਸ ਬਣੇਗਾ। ਪਰ ਉਸ ਸਮੇਂ ਉਹਦੇ ਵਿੱਚ ਕਿਹੜਾ ਕੰਮ ਕਰ ਰਿਹਾ ਸੀ? ਆਤਮਾ ਗੜਬੜੀ ਦਾ। ਉਸ ਸਮੇਂ ਉਹਦੇ ਵਿੱਚ ਕਿਹੜਾ ਆਤਮਾ ਕਰ ਰਿਹਾ ਸੀ? ਵਿਰੋਧੀ ਦਾ, ਮਸੀਹ ਵਿਰੋਧੀ ਕੰਮ ਕਰ ਰਿਹਾ ਸੀ ਉਹਦੇ ਵਿੱਚ, ਔਰ ਉਹ ਲੋਕਾਂ ਨੂੰ ਮਾਰਦਾ ਕੁੱਟਦਾ ਸੀ। ਤਾਂ ਜਦੋਂ ਉਹਦੇ ਸਾਹਮਣੇ ਪਰਮੇਸ਼ਰ ਦਾ ਆਤਮਾ ਆਇਆ ਤਾਂ ਉਹ ਪਿੱਛੇ ਨੂੰ ਡਿੱਗ ਪਿਆ। ਕਿਉਂ? ਕਿਉਂਕਿ ਉਸ ਵੇਲੇ ਉਹਦੇ 'ਚ ਵਿਰੋਧੀ ਦਾ ਆਤਮਾ ਕੰਮ ਕਰ ਰਿਹਾ ਸੀ, ਉਹ ਮਸੀਹ ਦੀ ਵਿਰੋਧਤਾ ਕਰ ਰਿਹਾ ਸੀ। ਇਸ ਲਈ ਚਰਚਾਂ ਦੇ ਵਿੱਚ ਜਿਹੜਾ ਵੀ ਬੰਦਾ ਬੁਰੇ ਤਰੀਕੇ ਨਾਲ ਤੜਫ ਕੇ, ਰੌਲਾ ਪਾ ਕੇ, ਚੀਕਾਂ ਮਾਰ ਕੇ ਪਾਸਟਰ ਦੇ ਛੂਹਣ ਦੇ ਨਾਲ ਪਿੱਛੇ ਨੂੰ ਡਿੱਗ ਰਿਹਾ, ਉਹਦੀ ਇਹ ਨਿਸ਼ਾਨੀ ਆ ਕਿ ਉਹਦੇ ਅੰਦਰ ਮਸੀਹ ਵਿਰੋਧੀ ਦਾ ਆਤਮਾ ਆ, ਪਵਿੱਤਰ ਆਤਮਾ ਨਹੀਂ ਆ। ਉਹਨੂੰ
ਪਵਿੱਤਰ ਆਤਮਾ ਨੇ ਨਹੀਂ ਛੋਇਆ, ਮਸੀਹ ਵਿਰੋਧੀ ਦਾ ਆਤਮਾ ਨੂੰ ਭੁਲਾਵੇ ਵਿੱਚ ਪਾਉਣ ਲਈ ਆਇਆ। ਇਸ ਗੱਲ ਤੋਂ ਕਦੇ ਖੁਸ਼ ਨਾ ਹੋਣਾ ਕਿ ਚਰਚ 'ਚ ਜਾ ਕੇ ਮੈਨੂੰ ਗਿੱਧਾ ਆਉਂਦਾ, ਮੈਨੂੰ ਰੌਲਾ ਪਾਉਣਾ ਆਉਂਦਾ, ਮੈਨੂੰ ਚੀਕਾਂ ਆਉਂਦੀਆਂ, ਮੈਂ ਤੜਫਦਾ, ਮੈਂ ਬੇਸੁਰਤ ਹੋ ਜਾਣਾ ਤਾਂ ਮੈਨੂੰ ਪਰਮੇਸ਼ਰ ਦਾ ਆਤਮਾ ਛੂਹ ਰਿਹਾ ਆ। ਇਹ ਸਿਰਫ ਤੇ ਸਿਰਫ ਸਾਡੀ ਗਲਤ ਫਹਿਮੀ ਆ ਕਿ ਉਹ ਮਸੀਹ ਵਿਰੋਧੀ ਦਾ ਆਤਮਾ, ਅਗਰ ਉਹ ਪਰਮੇਸ਼ਰ ਦਾ ਆਤਮਾ ਹੋਵੇ ਤਾਂ ਉਹ ਪਿੱਛੇ ਨੂੰ ਨਹੀਂ ਡਿੱਗੇਗਾ। ਕਿੱਧਰ ਡਿੱਗੇਗਾ? ਉਹ ਜਾਣਨ ਦੇ ਲਈ ਵਚਨ 'ਚੋਂ ਪੜਾਂਗੇ। ਪ੍ਰਕਾਸ਼ ਦੀ ਪੋਥੀ ਉਹਦੇ 1 ਨੰਬਰ ਅਧਿਆਇ ਦੀ 17 ਨੰਬਰ ਆਇਤ ਨੂੰ, ਜਦ ਮੈਂ ਉਹਨੂੰ ਦੇਖਿਆ ਤਾਂ ਉਹਦੇ ਪੈਰਾਂ ਵਿੱਚ ਮੁਰਦਿਆਂ ਵਾਂਗ ਡਿੱਗ ਪਿਆ ਅਤੇ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਤੇ ਕਿਹਾ, ਨਾ ਡਰ, ਮੈਂ ਪਹਿਲਾ ਅਤੇ ਆਖਰੀ ਹਾਂ। ਹਾਲੇਲੂਇਆ। ਅਸੀਂ ਜਾਣਦੇ ਹਾਂ ਕਿ ਜਦੋਂ ਪ੍ਰਕਾਸ਼ ਦੀ ਪੋਥੀ ਦਾ ਲੇਖਕ ਯੋਹੰਨਾ ਨੇ ਵੇਖਿਆ ਇੱਕ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਤਾਂ ਉਹਦੇ ਪੈਰਾਂ ਵਿੱਚ ਕਿੱਦਾਂ ਡਿੱਗਿਆ? ਮੂੰਹ ਭਰਨੇ ਡਿੱਗਿਆ। ਇੱਕ ਆਪਾਂ ਕਹਿੰਦੇ ਸਲਾਮ ਕਰਨ ਦੇ ਤਰੀਕੇ ਵਿੱਚ ਕਹਿ ਲਓ, ਜਾਂ ਫਿਰ ਮੱਥਾ ਟੇਕਣ ਦੇ ਤਰੀਕੇ ਵਿੱਚ ਕਹਿ ਸਕਦੇ ਅਸੀਂ ਉਹਨੂੰ, ਜਾਂ ਫਿਰ ਸਮਰਪਣ ਦੇ ਤਰੀਕੇ ਵਿੱਚ ਕਹਿ ਸਕਦੇ ਕਿ ਆਪਣੇ ਆਪ ਨੂੰ ਸਮਰਪਣ ਦੇ ਤਰੀਕੇ ਵਿੱਚ, ਸੌਂਪਣ ਦੇ ਤਰੀਕੇ ਵਿੱਚ ਡਿੱਗਿਆ, ਅੱਗੇ ਨੂੰ ਡਿੱਗਿਆ। ਉਹ ਜਿਹੜਾ ਪਰਮੇਸ਼ਰ ਦਾ ਆਤਮਾ ਦੀਨ ਆ, ਜਿਹਦੇ ਵਿੱਚ ਪ੍ਰਭੂ ਦਾ ਆਤਮਾ ਕੰਮ ਕਰਦਾ, ਉਹ ਤੜਫਦਾ ਨਹੀਂ ਆ, ਉਹ ਅੱਗੇ ਨੂੰ ਡਿੱਗਦਾ ਆ। ਅੱਗੇ ਨੂੰ ਡਿੱਗਿਆ ਉਹ, ਤੇ ਉਹਨੇ ਕੀ ਕੀਤਾ? ਪਰਮੇਸ਼ਰ ਦੇ ਅੱਗੇ ਕਹਿੰਦਾ ਮੁਰਦਿਆਂ ਵਰਗਾ ਹੋ ਗਿਆ, ਕਿਉਂਕਿ ਪਰਮੇਸ਼ਰ ਦੇ ਆਤਮਾ ਨੂੰ ਵੇਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਪਰ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਉਹ ਤੜਫਿਆ, ਕਿਉਂਕਿ ਅਸੀਂ ਤਾਂ ਪਰਮੇਸ਼ਰ ਦੇ ਆਤਮਾ ਨੂੰ ਵੇਖਿਆ ਹੀ ਨਹੀਂ। ਉਹਨੇ ਤਾਂ ਚਲੋ ਕਹਿਣ ਦਿੰਦੇ ਸਾਨੂੰ ਹਲਕਾ ਜਿਹਾ ਟੱਚ ਕੀਤਾ ਤੇ ਸਾਡੀ ਬੇਸੁਰਤੀ ਹੋ ਗਈ, ਪਰ ਉਹਨੇ ਤਾਂ ਪਰਮੇਸ਼ਰ ਦੇ ਆਤਮਾ ਨੂੰ ਵੇਖਿਆ ਨਾ। ਉਹਨੂੰ ਵੇਖ ਕੇ ਵੀ ਤੜਫ ਨਹੀਂ ਲੱਗੀ, ਉਹ ਵੇਖ ਕੇ ਵੀ ਨਹੀਂ ਚੀਕਿਆ, ਉਹਨੇ ਵੇਖ ਕੇ ਵੀ ਰੌਲਾ ਨਹੀਂ ਪਾਇਆ, ਬਸ ਡਿੱਗ ਗਿਆ ਅਤੇ ਉਹ ਘਬਰਾ ਗਿਆ ਕਿਉਂਕਿ ਉਹਨੂੰ ਇਹ ਚੀਜ਼ ਵੇਖੀ ਨਹੀਂ ਸੀ ਜਾ ਰਹੀ। ਪਰ ਉਹ ਤੜਫਿਆ ਤਾਂ ਨਹੀਂ ਨਾ। ਉਹਨੇ ਕੀ ਕੀਤਾ? ਉਹ ਨਹੀਂ ਤੜਫਿਆ। ਔਰ ਕੀ ਕਹਿੰਦਾ? ਜਦੋਂ ਪਰਮੇਸ਼ਰ ਦੇ ਉਸ ਪਵਿੱਤਰ ਆਤਮਾ ਨੇ ਮੇਰੇ ਤੇ ਹੱਥ ਰੱਖਿਆ ਔਰ ਮੈਨੂੰ ਕਹਿੰਦਾ, ਨਾ ਡਰ, ਮੈਂ ਪਹਿਲਾ ਅਤੇ ਆਖਰੀ ਹਾਂ। ਮੈਂ ਪਹਿਲਾ ਅਤੇ ਆਖਰੀ ਹਾਂ, ਮਤਲਬ ਯਿਸੂ ਮਸੀਹ ਦਾ ਪਵਿੱਤਰ ਆਤਮਾ ਉਹਦੇ ਸਾਹਮਣੇ ਆਇਆ ਔਰ ਉਹਨੂੰ ਇਹ ਗੱਲ ਬੋਲੀ ਗਈ ਔਰ ਉਸ ਵੇਲੇ ਤੜਫਿਆ ਨਹੀਂ, ਉਸ ਵੇਲੇ ਚੀਕਿਆ ਨਹੀਂ। ਔਰ ਇੱਕ ਹੋਰ ਗੱਲ ਅਸੀਂ ਦੱਸਦੇ ਕਿ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਯਿਸੂ ਮਸੀਹ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਆਇਆ, ਇੱਕ ਕਬੂਤਰ ਦੀ ਨਿਆਈ ਪਵਿੱਤਰ ਆਤਮਾ ਉਹਦੇ ਤੇ ਬੈਠਾ ਅਤੇ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਇਹ ਮੇਰਾ ਪੁੱਤਰ ਆ, ਇਹਦੀ ਸੁਣੋ। ਪਵਿੱਤਰ ਆਤਮਾ ਉਸ ਵੇਲੇ ਉਹਦੇ ਤੇ ਉਤਰਿਆ ਨਾ, ਤਾਂ ਉਸ ਵੇਲੇ ਕੀ ਕਿਤੇ ਵਚਨ 'ਚ ਲਿਖਿਆ ਕਿ ਯਿਸੂ ਮਸੀਹ ਤੜਫਿਆ, ਯਿਸੂ ਮਸੀਹ ਨੇ ਚੀਕਾਂ ਮਾਰੀਆਂ, ਯਿਸੂ ਮਸੀਹ ਬੇਸੁਰਤ ਹੋ ਗਿਆ, ਯਿਸੂ ਮਸੀਹ ਨੇ ਤਾੜੀਆਂ ਮਾਰੀਆਂ, ਜਾਂ ਉਹ ਲਿਟਿਆ ਜਾਂ ਉਹ ਡਿੱਗਿਆ, ਉਹਨੂੰ ਆਪਣੇ ਕੱਪੜੇ ਲੀੜੇ ਦੀ ਸੁਰਤ ਨਹੀਂ ਰਹੀ। ਯਿਸੂ ਮਸੀਹ ਤੇ ਵੀ ਆਤਮਾ ਉਤਰਿਆ ਸੀ। ਔਰ ਅਗਰ ਅਸੀਂ ਕਹਿੰਦੇ ਕਿ ਯਿਸੂ ਮਸੀਹ ਨੇ ਆਪਣੇ ਆਪ ਤੇ ਕੰਟਰੋਲ ਕੀਤਾ, ਤਾਂ ਇੱਕ ਹੋਰ ਗੱਲ ਅਸੀਂ ਦੇਖ ਲੈਂਦੇ, ਵਚਨ ਸਾਨੂੰ ਦੱਸਦਾ ਚੇਲਿਆਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ। ਜਦੋਂ ਚੇਲੇ ਆਤਮਾ ਨਾਲ ਭਰੇ, ਸਾਰੇ ਚੇਲੇ ਆਤਮਾ ਨਾਲ ਭਰੇ ਸੀ ਤੇ ਉਹਨਾਂ ਨੂੰ ਇੱਕ ਵਰਦਾਨ ਮਿਲਿਆ ਸੀ। ਕੀ ਵਰਦਾਨ ਸੀ? ਕਿ ਉਹ ਗੈਰ ਭਾਸ਼ਾ ਬੋਲਣ ਲੱਗ ਗਏ ਸੀ। ਪਰ ਜੇ ਇਹ ਚੀਜ਼ ਲਿਖੀ ਗਈ ਕਿ ਆਤਮਾ ਉਤਰਿਆ, ਉਹ ਸਾਮਰਥ ਨਾਲ ਭਰ ਗਏ, ਉਹ ਸਮਝ ਨਾਲ ਭਰ ਗਏ, ਉਹ ਗਿਆਨ ਨਾਲ ਭਰ ਗਏ, ਉਹਨਾਂ ਨੂੰ ਜਿਹੜੀਆਂ ਗਹਿਰੇ ਭੇਤ ਤੇ ਗਹਿਰੀਆਂ ਗੱਲਾਂ ਸਮਝ ਨਹੀਂ ਸੀ ਆਉਂਦੀਆਂ, ਉਹ ਸਭ ਸਮਝ ਆਉਣ ਲੱਗਿਆ ਤੇ ਉਹ ਗੈਰ ਭਾਸ਼ਾ ਬੋਲਣ ਲੱਗੇ, ਤਾਂ ਉਹ ਇਹ ਵੀ ਤਾਂ ਲਿਖ ਸਕਦੇ ਸੀ ਨਾ ਕਿ ਉਹ ਤਾੜੀਆਂ ਮਾਰਨ ਲੱਗੇ, ਰੌਲਾ ਪਾਉਣ ਲੱਗੇ, ਚੀਕਾਂ ਮਾਰਨ ਲੱਗੇ, ਉਹਨਾਂ ਨੇ ਸਾਰੇ ਪਿੰਡ ਇਕੱਠੇ ਕਰ ਲਏ ਰੌਲਾ ਪਾ ਕੇ। ਪਰ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਆਤਮਾ ਸੱਚਮੁੱਚ ਉਤਰਿਆ ਸੀ। ਔਰ ਪਰਮੇਸ਼ਰ ਦਾ ਆਤਮਾ ਗੜਬੜੀ ਦਾ ਆਤਮਾ ਨਹੀਂ ਆ, ਉਹ ਸ਼ਾਂਤੀ ਦਾ ਆਤਮਾ ਆ, ਉਹ ਰੌਲੇ ਰੱਪੇ ਦਾ ਆਤਮਾ ਨਹੀਂ ਆ, ਉਹ ਸਮਝ ਦਾ ਆਤਮਾ ਆ, ਉਹ ਬੇਸੁਰਤ ਕਰਨ ਵਾਲਾ ਆਤਮਾ ਨਹੀਂ ਆ, ਉਹ ਧੀਰਜ ਦਾ ਆਤਮਾ ਆ, ਸੰਜਮ ਦਾ ਆਤਮਾ। ਸੰਜਮ ਦਾ ਮਤਲਬ ਕੰਟਰੋਲ ਕਰਨਾ। ਪਰਮੇਸ਼ਰ ਦਾ ਆਤਮਾ ਕਿਸੇ ਦੀ ਬਾਡੀ ਨੂੰ ਆਊਟ ਆਫ ਕੰਟਰੋਲ ਨਹੀਂ ਕਰਦਾ, ਨਹੀਂ ਕਰਦਾ। ਪਰਮੇਸ਼ਰ ਦਾ ਆਤਮਾ ਗੜਬੜੀ ਨਹੀਂ ਕਰਦਾ, ਉਹ ਆਊਟ ਆਫ ਕੰਟਰੋਲ। ਜੇ ਯਿਸੂ ਮਸੀਹ ਨੂੰ ਨਹੀਂ ਕੀਤਾ, ਚੇਲਿਆਂ ਨੂੰ ਨਹੀਂ ਕੀਤਾ, ਸਾਨੂੰ ਕਿਉਂ ਕਰ ਰਿਹਾ ਆ? ਜਿਹਨੂੰ ਪਰਮੇਸ਼ਰ ਪਸੰਦ ਕਰਦਾ, ਜਿਹਦੇ 'ਚ ਆਤਮਿਕ ਫਾਲਿਆ, ਉਹਦੇ ਤੇ ਹੀ ਆਤਮਾ ਉਤਰੇਗਾ ਨਾ। ਤੇ ਜਿਹਦੇ ਤੇ ਆਤਮਾ ਉਤਰ ਰਿਹਾ, ਉਹ ਕਿਉਂ ਬੇਕੰਟਰੋਲ ਹੋ ਰਿਹਾ, ਕਿਉਂ ਬੇਵੱਸ ਹੋ ਰਿਹਾ? ਉਹ ਤਾਂ ਪਹਿਲਾਂ ਤਿਆਰ ਆ। ਜਿਹੜਾ ਬੰਦਾ ਆਤਮਾ ਨੂੰ ਸੰਭਾਲਣ ਲਈ ਤਿਆਰ ਆ ਨਾ, ਆਤਮਾ ਉਸੇ ਤੇ ਹੀ ਉਤਰਦਾ ਆ। ਅਸੀਂ ਚੁਗਲੀਆਂ ਕਰ ਰਹੇ ਹਾਂ, ਲੜਾਈ ਝਗੜੇ ਕਰ ਰਹੇ ਹਾਂ, ਸਾਡੇ ਘਰਾਂ ਦੇ ਵਿੱਚ ਆਪਸ 'ਚ ਬਣਦੀ ਨਹੀਂ, ਔਰ ਅਸੀਂ ਕਹਿੰਦੇ ਵੀ ਸਾਡੇ ਤੇ ਪਵਿੱਤਰ ਆਤਮਾ ਉਤਰ ਗਿਆ। ਸਾਨੂੰ ਤਾਂ ਪਤਾ ਨਾ ਸਾਡੇ ਅੰਦਰ ਕੀ ਆ, ਸਾਨੂੰ ਤਾਂ ਪਤਾ ਨਾ ਅਸੀਂ ਕਿੱਡੇ ਕੁ ਖਰੇ ਆ, ਸਾਨੂੰ ਇਹ ਵੀ ਪਤਾ ਵੀ ਅਸੀਂ ਕਿੰਨਾ ਕੁ ਵਚਨ ਨੂੰ ਪੜ੍ਹਦੇ ਸੁਣਦੇ, ਕਿੰਨਾ ਕੁ ਅਮਲ ਕਰਦੇ। ਉਸ ਤਰੀਕੇ ਜਾਂਚੋ ਕਿ ਕੀ ਮੈਂ ਇੰਨੇ ਯੋਗ ਹੈ ਕਿ ਮੇਰੇ ਤੇ ਆਤਮਾ ਉਤਰੇ। ਔਰ ਕੀ ਪਰਮੇਸ਼ਰ ਦਾ ਆਤਮਾ ਇਹ ਆ ਕਿ ਮੈਨੂੰ ਤੜਫਾਵੇ ਅਤੇ ਮੈਨੂੰ ਬੁਰਾ ਕਰੇ? ਕੀ ਕੰਮ ਆ ਪਰਮੇਸ਼ਰ ਦੇ ਆਤਮਾ ਦੇ? ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਪਹਿਲਾ ਯੋਹੰਨਾ ਉਹਦੇ 14 ਨੰਬਰ ਅਧਿਆਇ ਦੀ 26 ਨੰਬਰ ਆਇਤ ਨੂੰ, ਪਰ ਸਹਾਇਕ ਪਵਿੱਤਰ ਆਤਮਾ ਹੈ ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜੇਗਾ, ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਉਹ ਤੁਹਾਨੂੰ ਸਭ ਯਾਦ ਕਰਵਾਵੇਗਾ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ। ਹਾਲੇਲੂਇਆ।
ਅਸੀਂ ਜਾਣਦੇ ਕਿ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਸਮਝ ਨਹੀਂ ਸੀ ਆਈਆਂ, ਉਹ ਬੜੇ ਕਨਫਿਊਜ਼ ਸੀਗੇ ਕਿ ਕੀ ਹੋ ਗਿਆ, ਕੀ ਹੋਇਆ, ਕਿਵੇਂ ਹੋ ਗਿਆ, ਉਹਨੇ ਜੋ ਜੋ ਕਿਹਾ ਸੀ ਕਿਵੇਂ ਪੂਰਾ ਹੋਇਆ, ਅਸੀਂ ਹੁਣ ਕੀ ਕਰੀਏ, ਸਾਨੂੰ ਉਹਨੇ ਕਾਹਦੇ ਲਈ ਚੁਣਿਆ, ਇਹ ਸਭ ਦੀ ਉਹਨੂੰ ਸਮਝ ਨਹੀਂ ਸੀ। ਤਾਂ ਯਿਸੂ ਮਸੀਹ ਨੇ ਕਿਹਾ ਮੈਂ ਜਾਣਦਾ ਆ ਤੇ ਮੈਂ ਤੁਹਾਡੇ ਲਈ ਇੱਕ ਸਹਾਇਕ ਕੌਣ ਹੁੰਦਾ? ਮਦਦ ਕਰਨ ਵਾਲਾ ਪਵਿੱਤਰ ਆਤਮਾ ਕਹਿੰਦਾ ਭੇਜਾਂਗਾ, ਕਹਿੰਦਾ ਜਿਹੜਾ ਮੇਰੇ ਨਾਮ ਵਿੱਚ ਭੇਜਾਂਗਾ ਅਤੇ ਉਹ ਤੁਹਾਨੂੰ ਸਿਖਾਵੇਗਾ, ਯਾਦ ਕਰਾਵੇਗਾ ਔਰ ਤੁਹਾਨੂੰ ਦੱਸੇਗਾ ਜੋ ਕੁਛ ਮੈਂ ਕਿਹਾ ਆ। ਤਾਂ ਇੱਥੇ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ 'ਚ ਗੜਬੜੀ ਕਰੇਗਾ। ਜਦੋਂ ਉਤਰੇਗਾ ਉਹਦੀ ਨਿਸ਼ਾਨੀ ਇਹ ਹੈ ਵੀ ਤੁਸੀਂ ਰੌਲਾ ਪਾਓਗੇ, ਚੀਕਾਂ ਮਾਰੋਗੇ, ਬੇਸੁਰਤ ਹੋ ਜਾਓਗੇ। ਉਹ ਕਹਿੰਦਾ ਜਿਹੜਾ ਸਹਾਇਕ ਆ, ਪਹਿਲੀ ਗੱਲ ਤਾਂ ਪਵਿੱਤਰ ਆਤਮਾ ਕੀ ਇੱਕ ਸਹਾਇਕ ਆ, ਮਦਦ ਕਰਨ ਵਾਲਾ। ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਦੋਂ ਸਹਾਇਕ ਸਾਡੇ ਤੇ ਉਤਰਦਾ, ਸਾਨੂੰ ਤਾਂ 10 ਬੰਦਿਆਂ ਦੀ ਸਹਾਇਤਾ ਦੀ ਲੋੜ ਪੈ ਗਈ ਵੀ ਸਾਨੂੰ ਕੋਈ ਸਾਂਭੇ ਆ ਕੇ। ਫਿਰ ਉਹ ਸਹਾਇਕ ਕਾਹਦਾ ਹੋਇਆ? ਜਿਹੜਾ ਸਹਾਇਕ ਆ ਉਹ ਆਵੇ, ਉਹ ਸਾਨੂੰ ਸੰਭਾਲੇ, ਸਾਡੀ ਸਹਾਇਤਾ ਕਰੇ। ਜੇ ਉਹਦੇ ਆਉਣ ਨਾਲ ਸਾਨੂੰ ਹੋਰਾਂ ਦੀ ਸਹਾਇਤਾ ਦੀ ਲੋੜ ਪੈ ਗਈ, ਫਿਰ ਉਹਦੇ ਆਉਣ ਦੀ ਕੀ ਲੋੜ? ਪਵਿੱਤਰ ਆਤਮਾ ਕਹਿੰਦੇ ਉਤਰਿਆ ਜੀ ਤੇ 10 ਲੋਕ ਉਹਨੂੰ ਫੜ ਰਹੇ ਹੁੰਦੇ, ਕੋਈ ਉਹਦੇ ਕੱਪੜੇ ਸਹੀ ਕਰ ਰਿਹਾ, ਕੋਈ ਉਹਨੂੰ ਫੜ ਰਿਹਾ ਆ। ਤਾਂ ਕੀ ਉਹ ਸਹਾਇਕ ਹੋਇਆ? ਉਹਨੇ ਤਾਂ ਸਾਨੂੰ ਦੂਜਿਆਂ ਤੋਂ ਸਹਾਇਤਾ ਮੰਗਣ ਤੇ ਮਜਬੂਰ ਕਰ ਦਿੱਤਾ। ਗਲਤ ਫਹਿਮੀ ਆ, ਉਹ ਮਸੀਹ ਵਿਰੋਧੀ ਆਤਮਾ। ਪਰ ਪਵਿੱਤਰ ਆਤਮਾ ਕੀ ਆ? ਕਹਿੰਦਾ ਉਹ ਤੁਹਾਨੂੰ ਸਭ ਕੁਝ ਸਿਖਾਵੇਗਾ, ਮਤਲਬ ਤੁਹਾਨੂੰ ਸਮਝ ਦੇਵੇਗਾ। ਜਿਹੜਾ ਬੰਦਾ ਚੀਕਾਂ ਮਾਰੇ ਉਹ ਤਾਂ ਆਪਣੀ ਜਿਹੜੀ ਸਮਝ ਹੈਗੀ ਸੀ ਉਹ ਤੋਂ ਵੀ ਜ਼ਿਆਦਾ ਲੱਗਾ। ਫਿਰ ਪਵਿੱਤਰ ਆਤਮਾ ਨੇ ਕਿਹੜੀ ਸਮਝ ਦਿੱਤੀ? ਕਹਿੰਦਾ ਉਹ ਸਭ ਕੁਝ ਤੁਹਾਨੂੰ ਯਾਦ ਕਰਾਵੇਗਾ। ਜਦੋਂ ਬੰਦੇ ਚਰਚ 'ਚ ਤਾੜੀਆਂ ਮਾਰੇ, ਅੱਖਾਂ ਬੰਦ ਕਰਕੇ ਲਾ ਬਲਾ 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 ਪਤਾ ਨਹੀਂ ਕੀ ਕਰ ਰਹੇ, ਉਹਨਾਂ ਨੂੰ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਮੇਰਾ ਨਾਂ ਕੀ ਆ। ਫਿਰ ਉਹ ਇਹ ਕੀ ਯਾਦ ਕਰਨਗੇ ਵੀ ਪਵਿੱਤਰ ਆਤਮਾ ਨੇ ਸਾਨੂੰ ਕੀ ਯਾਦ ਕਰਵਾਇਆ। ਜਿਹੜੇ ਇਹ ਗੱਲ ਕਹਿੰਦੇ ਆ ਵੀ ਨਹੀਂ ਵੀ ਮੇਰੇ ਤੇ ਤਾਂ ਪਵਿੱਤਰ ਆਤਮਾ ਹੀ ਉਤਰਦਾ, ਉਹ ਬੰਦਾ ਇੱਕ ਵਾਰ ਆ ਕੇ ਇਹ ਗੱਲ ਦੱਸ ਦੇ ਵੀ ਜਦੋਂ ਪਵਿੱਤਰ ਆਤਮਾ ਉਤਰਿਆ ਉਹਨੇ ਤੁਹਾਨੂੰ ਕੀ ਸਿਖਾਇਆ, ਕੀ ਦੱਸ ਕੇ ਗਿਆ ਉਹ ਤੁਹਾਨੂੰ ਵੀ ਤੁਹਾਡੇ ਤੇ ਉਹ ਆਇਆ। ਕਿ ਉਹ ਇਸੇ ਲਈ ਆਇਆ ਕਿ ਤੁਹਾਨੂੰ ਤੜਫ ਲਗਾਵੇ, ਤਾੜੀਆਂ ਮਾਰੋ, ਰੌਲਾ ਪਾਓ, ਚੀਕਾਂ ਮਾਰੋ, ਡਿੱਗ ਜਾਓ, ਬਸ ਅੱਧੇ ਕੁ ਘੰਟੇ ਬਾਅਦ ਉੱਠ ਕੇ ਬਸ ਠੀਕ ਆ? ਕਿ ਪਵਿੱਤਰ ਆਤਮਾ ਦਾ ਕੰਮ ਤੁਹਾਨੂੰ ਲਾਟੂ ਵਾਂਗ ਘੁਮਾਉਣਾ ਹੀ ਸੀ? ਪਰ ਵਚਨ ਤਾਂ ਸਾਨੂੰ ਦੱਸਦਾ ਵੀ ਪਵਿੱਤਰ ਆਤਮਾ ਦਾ ਕੰਮ ਸਿਖਾਉਣਾ, ਯਾਦ ਕਰਾਉਣਾ ਤੇ ਸਹਾਇਤਾ ਕਰਨਾ। ਉਹ ਉਤਰਿਆ, ਤੁਹਾਨੂੰ ਹੋਰਾਂ ਦੀ ਸਹਾਇਤਾ ਦੀ ਲੋੜ ਪੈ ਗਈ। ਸਿਖਾਉਣਾ ਤਾਂ ਉਹਨੇ ਕੀ ਸੀ? ਜਿਹੜਾ ਪਹਿਲਾਂ ਵਾਲਾ ਯਾਦ ਸੀ ਉਹ ਵੀ ਭੁੱਲ ਗਏ, ਔਰ ਹੋਰ ਤਾਂ ਤੁਹਾਨੂੰ ਕੀ ਯਾਦ ਆਉਣਾ ਸੀ? ਸਾਨੂੰ ਇਹ ਵੀ ਭੁੱਲ ਗਿਆ ਵੀ ਅਸੀਂ ਹੈ ਕੀ ਆ। ਅੱਧੇ ਘੰਟੇ ਤੱਕ ਸਾਨੂੰ ਉੱਦਾਂ ਸੁਰਤ ਨਹੀਂ ਰਹਿੰਦੀ ਔਰ ਅਸੀਂ ਕਹਿੰਦੇ ਸਾਨੂੰ ਪਵਿੱਤਰ ਆਤਮਾ ਛੂਰਿਆ ਆ। ਗਲਤੀ ਸਾਡੀ ਨਹੀਂ ਆ, ਸਾਨੂੰ ਸਿਖਾਉਣ ਵਾਲਿਆਂ ਦੀ ਆ, ਜਿਹੜੇ ਇਹ ਗੱਲ 'ਚ ਸਾਨੂੰ ਵਹਿਮ ਪਾਉਂਦੇ ਆ ਵੀ ਸਾਡਾ ਸਾਰਾ ਚਰਚ ਪਵਿੱਤਰ ਆਤਮਾ ਨਾਲ ਭਰ ਗਿਆ। ਕਿ ਉਹ ਇਹ ਵਚਨ ਨਹੀਂ ਪੜ੍ਹਦੇ ਕਿ ਮਸੀਹ ਵਿਰੋਧੀ ਆਤਮਾ ਆ, ਔਰ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਮੇਸ਼ਰ ਦਾ ਜਿਹੜਾ ਆਤਮਾ ਸਹਾਇਤਾ ਕਰਨ ਦੇ ਲਈ ਆਉਂਦਾ। ਇਹ ਨਹੀਂ ਕਿ ਉਸ ਇਕੱਲੇ ਬੰਦੇ ਦੀ ਸਹਾਇਤਾ ਦੇ ਲਈ 4 ਬੰਦੇ ਖੜੇ ਕਰਨੇ ਪੈ ਜਾਣ। ਉਹ ਸਮਝ ਦੇਣ ਲਈ ਆਉਂਦਾ, ਜਿਹੜੀ ਸਮਝ ਹੈਗੀ ਉਹਨੂੰ ਖਰਾਬ ਕਰਨ ਦੇ ਲਈ ਨਹੀਂ। ਉਹ ਯਾਦ ਕਰਾਉਣ ਦੇ ਲਈ ਆਉਂਦਾ ਮਸੀਹ ਬਾਰੇ, ਜਿਹੜੀਆਂ ਕੁਝ ਗੱਲਾਂ ਯਾਦ ਉਹ ਭੁਲਾਉਣ ਦੇ ਲਈ ਨਹੀਂ ਆਉਂਦਾ। ਹੋਰ ਕੀ ਕਰਦਾ ਪਵਿੱਤਰ ਆਤਮਾ? ਨੈਕਸਟ ਵਚਨ 'ਚੋਂ ਪੜਾਂਗੇ, ਯੂਹੰਨਾ 16 ਉਹਦੀ 13 ਨੰਬਰ ਆਇਤ ਨੂੰ। ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲਦਾ, ਉਹ ਉਹੀ ਦੱਸੇਗਾ ਜੋ ਕੁਝ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਹੋਣ ਵਾਲਾ ਹੈ। ਹਾਲੇਲੂਇਆ। ਹੁਣ ਕੀ ਇਹ ਗੱਲ ਜੋ ਕਹਿੰਦੇ ਨੇ ਕਿ ਮੇਰੇ ਤੇ ਪਵਿੱਤਰ ਆਤਮਾ ਉਤਰਦਾ, ਮੈਂ ਬੇਸੁਰਤ ਹੋ ਗਈ, ਮੈਂ ਆਤਮਾ ਨਾਲ ਭਰ ਗਈ ਜੀ, ਮੈਨੂੰ ਆਹ ਹੋ ਗਿਆ, ਕਿ ਉਹ ਇਹ ਗੱਲ ਦੱਸਣਗੇ ਵੀ ਜਦੋਂ ਪਵਿੱਤਰ ਆਤਮਾ ਉਤਰਿਆ ਤੁਹਾਨੂੰ ਕੀ ਦੱਸ ਕੇ ਗਿਆ? ਉਹ ਕਹਿੰਦਾ ਵੀ ਉਹ ਤੁਹਾਨੂੰ ਦੱਸੇਗਾ, ਜਿਹੜੇ ਸ਼ਬਦ ਮੈਂ ਉਹਨੂੰ ਦੇ ਕੇ ਘੱਲਿਆ ਉਹ ਤੁਹਾਨੂੰ ਉਹ ਦੱਸ ਕੇ ਜਾਏਗਾ। ਪਵਿੱਤਰ ਆਤਮਾ ਦੀ ਕੋਈ ਭਾਸ਼ਾ ਨਹੀਂ ਆ। ਕਹਿੰਦਾ ਪਵਿੱਤਰ ਆਤਮਾ ਦੇ ਕੋਈ ਸ਼ਬਦ ਨਹੀਂ ਆ। ਪਵਿੱਤਰ ਆਤਮਾ ਕੋਈ ਵੀ ਕੰਮ ਆਪਦੀ ਮਰਜ਼ੀ ਦੇ ਅਨੁਸਾਰ ਨਹੀਂ ਕਰਦਾ। ਪਰ ਪਰਮੇਸ਼ਰ ਤਾਂ ਕਹਿੰਦਾ ਵੀ ਪਵਿੱਤਰ ਆਤਮਾ ਸ਼ਾਂਤੀ ਦਾ ਆ। ਪਰਮੇਸ਼ਰ ਕਹਿੰਦਾ ਪਵਿੱਤਰ ਆਤਮਾ ਧੀਰਜ ਦਾ ਆ। ਪਰਮੇਸ਼ਰ ਕਹਿੰਦਾ ਪਵਿੱਤਰ ਆਤਮਾ ਸੰਜਮ ਦਾ ਆ। ਤਾਂ ਫਿਰ ਪਵਿੱਤਰ ਆਤਮਾ ਪਰਮੇਸ਼ਰ ਤੋਂ ਬਾਹਰ ਹੋ ਗਿਆ ਵੀ ਜਿਹੜਾ ਆਇਆ ਤੇ ਚੀਕਾਂ ਮਰਵਾ ਕੇ ਚਲਾ ਗਿਆ, ਔਰ ਇੰਨਾ ਟਾਈਮ ਹੋ ਗਿਆ ਪਰਮੇਸ਼ਰ ਨੂੰ ਪਤਾ ਹੀ ਨਹੀਂ ਲੱਗਾ ਵੀ ਉਹਦੀ ਮਰਜ਼ੀ ਤੋਂ ਖਿਲਾਫ ਜਾ ਰਿਹਾ ਆ। ਕੀ ਹੋਇਆ? ਉਹ ਪਵਿੱਤਰ ਆਤਮਾ ਹੋਇਆ। ਕੀ ਸਾਨੂੰ ਸਮਝ ਆ ਰਹੀ ਹੈ ਇਹਨਾਂ ਗੱਲਾਂ ਦੀ ਕਿ ਕਿੱਥੇ ਚੱਲ ਰਹੇ ਅਸੀਂ ਔਰ ਕੀ ਦੱਸਿਆ ਜਾ ਰਿਹਾ ਸਾਨੂੰ, ਪਰ ਅਸਲ ਕੀ ਆ? ਕਹਿੰਦਾ ਉਹ ਆਪਦੇ ਸ਼ਬਦ ਨਹੀਂ ਬੋਲਦਾ। ਤਾਂ ਜਿਹੜੇ ਸ਼ਬਦ ਅਸੀਂ ਪਤਾ ਨਹੀਂ ਕੀ ਬੋਲੀ ਜਾ ਰਹੇ ਹੁੰਦੇ ਤੇ ਕੀ ਡਿੱਗੀ ਜਾ ਰਹੇ ਨੇ, ਕੀ ਉਹ ਪਰਮੇਸ਼ਰ ਪਵਿੱਤਰ ਆਤਮਾ ਨੂੰ ਇਸੇ ਲਈ ਘੱਲਦਾ ਵੀ ਜਾਓ ਕਰੰਟ ਲਗਾ ਕੇ ਆ ਜਾਓ। ਪਰਮੇਸ਼ਰ ਪਵਿੱਤਰ ਆਤਮਾ ਨੂੰ ਇਸ ਲਈ ਘੱਲਦਾ ਕਿ ਸੱਚ ਭੇਜੇ, ਸੱਚ ਦੇ ਸ਼ਬਦ ਦੱਸੇ, ਉਹ ਗੱਲਾਂ ਸੁਣਾਵੇ ਜਿਹੜੀਆਂ ਪ੍ਰਭੂ ਨੇ ਦੱਸੀਆਂ। ਤਾਂ ਜਿਨ੍ਹਾਂ ਤੇ ਪਵਿੱਤਰ ਆਤਮਾ ਜਿਹੜੇ ਕਹਿੰਦੇ ਵੀ ਨਹੀਂ ਤੁਸੀਂ ਗਲਤ ਕਹਿ ਰਹੇ ਹੋ, ਸਾਡੇ ਤੇ ਪਵਿੱਤਰ ਆਤਮਾ ਹੀ ਉਤਰਦਾ, ਉਹ ਹੋਰ ਤਾਂ ਕਿਸੇ ਨੂੰ ਨਾ ਦੱਸਣ ਭਾਵੇਂ, ਪਰ ਆਪਣੇ ਅੰਦਰ ਸੋਚਣ ਵੀ ਜਦੋਂ ਮੇਰੇ ਤੇ ਪਵਿੱਤਰ ਆਤਮਾ ਉਤਰਿਆ ਮੈਨੂੰ ਕੀ ਦੱਸ ਕੇ ਗਿਆ। ਤੇ ਜੇ ਤੁਹਾਨੂੰ ਉਹ ਦੱਸਿਆ ਯਾਦ ਹੀ ਨਹੀਂ ਤਾਂ ਫਿਰ ਉਹਦੇ ਆਏ ਦਾ ਕੀ ਫਾਇਦਾ?
ਅਤੇ ਜੇ ਉਹਦਾ ਆਏ ਦਾ ਕੋਈ ਫਾਇਦਾ ਹੀ ਨਹੀਂ, ਫਿਰ ਕੀ ਉਹ ਪਰਮੇਸ਼ਰ ਦਾ ਆਤਮਾ ਸੀ? ਪ੍ਰਭੂ ਤਾਂ ਕਹਿੰਦਾ ਮੇਰਾ ਵਚਨ ਵੀ ਜਿਹੜੇ ਮਕਸਦ ਲਈ ਘੱਲਿਆ ਜਾਂਦਾ ਹੈ ਨਾ, ਉਸ ਮਕਸਦ ਨੂੰ ਪੂਰਾ ਕਰਕੇ ਹੀ ਮੁੜਦਾ ਆ। ਤਾਂ ਕੀ ਪਰਮੇਸ਼ਰ ਦਾ ਆਤਮਾ ਸਿਰਫ ਝਟਕੇ ਲਗਾ ਕੇ ਮੁੜ ਜਾਂਦਾ ਆ? ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ? ਆਖਰੀ ਵਚਨ ਜੋ ਪੜਾਂਗੇ, ਸਭ ਤੋਂ ਪਾਵਰਫੁਲ ਸਾਰੇ ਸ਼ਬਦਾਂ ਦਾ ਜਵਾਬ ਸਾਨੂੰ ਮਿਲ ਜਾਏਗਾ। ਲਾਸਟ ਵਚਨ ਚੋਂ ਅਸੀਂ ਪੜਾਂਗੇ ਪਹਿਲਾ ਕੁਰਿੰਥੀਆਂ ਉਹਦੇ 3 ਨੰਬਰ ਅਧਿਆਇ ਦੀ 16 ਨੰਬਰ ਆਇਤ ਨੂੰ। ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ? ਹਾਲੇਲੂਇਆ। ਕੀ ਅਸੀਂ ਇਸ ਸ਼ਬਦ ਦੀ ਗਹਿਰਾਈ ਨੂੰ ਸਮਝ ਸਕਦੇ ਹਾਂ? ਪ੍ਰਭੂ ਕੀ ਕਹਿੰਦਾ ਕਿ ਜਿਹੜੇ ਤੁਹਾਡੇ ਸਰੀਰ ਆ, ਇਹ ਪਵਿੱਤਰ ਆਤਮਾ ਦੀ ਹੈਕਲ ਆ। ਅਗਰ ਅਸੀਂ ਇੱਕ ਘਰ ਬਣਾ ਕੇ ਛੱਡ ਦਈਏ ਔਰ ਕਹੀਏ ਸਾਡਾ ਘਰ ਹੈ ਤਾਂ ਉਹਦੇ ਵਿੱਚ ਵਸੀਏ ਨਾ, ਤਾਂ ਉਹ ਘਰ ਇੱਕ ਬੇਜਾਨ ਆ। ਅਗਰ ਪਰਮੇਸ਼ਰ ਇੱਕ ਸਰੀਰ ਬਣਾ ਕੇ ਰੱਖ ਦੇਵੇ, ਉਹਦੇ 'ਚ ਆਤਮਾ ਨਾ ਪਾਵੇ, ਤਾਂ ਉਹ ਸਰੀਰ ਬੇਜਾਨ ਆ। ਇਹਦਾ ਮਤਲਬ ਜਿਹੜਾ ਆਤਮਾ ਸਾਡੇ 'ਚ ਰਹਿੰਦਾ ਉਹ ਪਰਮੇਸ਼ਰ ਦਾ ਆਤਮਾ ਆ, ਪਰਮੇਸ਼ਰ ਵੱਲੋਂ ਮਿਲਿਆ, ਪ੍ਰਭੂ ਦੀ ਮਰਜ਼ੀ ਨਾਲ ਆਇਆ। ਕੋਈ ਇਨਸਾਨ ਦਾਵਾ ਕਰ ਸਕਦਾ ਕਿ ਮੈਂ ਇਹ ਆਤਮਾ ਆਪ ਖਰੀਦਿਆ ਆ, ਇਹ ਫਲਾਣੀ ਮਾਰਕੀਟ 'ਚੋਂ ਮਿਲਦਾ, ਮੈਂ ਤਾਂ ਬ੍ਰਾਂਡ ਦਾ ਲੈ ਕੇ ਆਇਆ, ਮੈਂ ਸਸਤਾ ਲੈ ਕੇ ਆਇਆ? ਕੋਈ ਬੰਦਾ ਕਹਿ ਸਕਦਾ ਕਿ ਮੈਂ ਆਤਮਾ ਖਰੀਦ ਕੇ ਲਿਆਇਆ? ਕਿੱਥੋਂ ਮਿਲਿਆ ਆਤਮਾ? ਹੈ ਪਰਮੇਸ਼ਰ ਦਾ। ਔਰ ਕਹਿੰਦਾ ਪਰਮੇਸ਼ਰ ਕੀ ਕਹਿੰਦਾ ਕਿ ਪਰਮੇਸ਼ਰ ਦਾ ਆਤਮਾ ਜਿਹੜਾ ਆ ਉਹ ਤੁਹਾਡੀ ਪਵਿੱਤਰ ਹੈਕਲ ਦੇ ਵਿੱਚ ਵਸਦਾ ਆ। ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਆ। ਤਾਂ ਕੀ ਅਜਿਹਾ ਹੋਇਆ ਕਿ ਪਰਮੇਸ਼ਰ ਦਾ ਆਤਮਾ ਕੁਛ ਕੁ ਸਮੇਂ ਲਈ ਆਇਆ, ਉਹਨੇ ਤੇ ਅਸੀਂ ਜਿਉਂਦੇ ਹਾਂ, ਜਦੋਂ ਬਾਹਰ ਚਲਾ ਗਿਆ ਉਦੋਂ ਅਸੀਂ ਫਿਰ ਖਤਮ ਹੋ ਜਾਂਦੇ ਹਾਂ, ਫਿਰ ਉਹ ਆ ਜਾਂਦਾ, ਫਿਰ ਅਸੀਂ ਜਿਉਂਦੇ ਹੋ ਜਾਂਦੇ, ਫਿਰ ਉਹ ਚਲ ਜਾਂਦਾ, ਫਿਰ ਅਸੀਂ ਮਰ ਜਾਂਦੇ? ਇੱਦਾਂ ਕਦੇ ਹੋਇਆ? ਪਰਮੇਸ਼ਰ ਦਾ ਆਤਮਾ ਜਨਮ ਤੋਂ ਲੈ ਕੇ ਹੁਣ ਤੱਕ ਸਾਡੇ ਵਿੱਚ ਹੀ ਆ ਨਾ। ਉਹ ਆਤਮਾ ਪਰਮੇਸ਼ਰ ਦਾ ਇਹ ਵੀ ਅਸੀਂ ਮੰਨਦੇ, ਤਾਂ ਫਿਰ ਅਸੀਂ ਸਾਰਾ ਦਿਨ ਕਿਉਂ ਨਹੀਂ ਤੜਫਦੇ? ਸਾਰਾ ਦਿਨ ਅਸੀਂ ਤਾੜੀਆਂ ਕਿਉਂ ਨਹੀਂ ਮਾਰਦੇ? ਸਾਰਾ ਦਿਨ ਸਾਨੂੰ ਹਾਸਾ ਤੇ ਬੇਸੁਰਤੀ ਵਾਲੀ ਜਿਉਣ ਅਸੀਂ ਕਿਉਂ ਨਹੀਂ ਜਿਉਂਦੇ? ਕਿਉਂਕਿ ਪਰਮੇਸ਼ਰ ਬੇਸਮਝ ਨਹੀਂ ਕਰਦਾ, ਪਰਮੇਸ਼ਰ ਸਮਝ ਦਿੰਦਾ ਆ। ਪ੍ਰਭੂ ਬੇਸੁਰਤ ਨਹੀਂ ਕਰਦਾ, ਬੇਸੁਰਤਿਆਂ ਨੂੰ ਸੁਰਤ ਦਿੰਦਾ ਆ। ਪਰਮੇਸ਼ਰ ਸਮਝ ਬੁੱਧ ਨੂੰ ਗਵਾਉਂਦਾ ਨਹੀਂ, ਪਰ ਵੱਧ ਕੇ ਦਿੰਦਾ ਆ। ਪਰਮੇਸ਼ਰ ਇਸ ਲਈ ਨਹੀਂ ਆਉਂਦਾ ਕਿ ਕਿਸੇ ਨੂੰ ਥੱਲੇ ਰੋਲ ਦੇਵੇ, ਥੱਲੇ ਲੇਟ ਦੇਵੇ। ਪਰਮੇਸ਼ਰ ਥੱਲੇ ਡਿੱਗਿਆਂ ਨੂੰ ਉੱਚਾ ਕਰਨ ਆਉਂਦਾ ਆ। ਪਰਮੇਸ਼ਰ ਕਦੇ ਕਿਸੇ ਨੂੰ ਦੁਖੀ ਪਰੇਸ਼ਾਨ ਨਹੀਂ ਕਰਦਾ, ਸ਼ਰਮਿੰਦਾ ਨਹੀਂ ਕਰਦਾ। ਪਰਮੇਸ਼ਰ ਕਦੇ ਇਦਾਂ ਦੀ ਐਕਟੀਵਿਟੀ ਨਹੀਂ ਕਰਦਾ ਜਿਹਦੇ 'ਚ ਬਾਅਦ 'ਚ ਸਾਨੂੰ ਸ਼ਰਮਿੰਦਗੀ ਹੋਵੇ। ਇਸ ਲਈ ਜਾਂਚੋ, ਪਰਖੋ ਤੇ ਜਾਣੋ ਕਿ ਪਰਮੇਸ਼ਰ ਦਾ ਆਤਮਾ ਤਾਂ ਹਰ ਵੇਲੇ ਹੀ ਸਾਡੇ ਅੰਦਰ ਵਸਦਾ ਆ। ਫਿਰ ਅਸੀਂ ਹਰ ਵੇਲੇ ਉੱਦਾਂ ਦੀ ਐਕਟੀਵਿਟੀਜ਼ ਕਿਉਂ ਨਹੀਂ ਕਰਦੇ? ਹਾਲੇਲੂਇਆ। ਇਸ ਵਚਨ ਦੇ ਦੁਆਰਾ ਆਪਣੇ ਆਪ ਨੂੰ ਜਾਂਚੋ। ਅਰੇ ਸੱਚ ਹੈ ਕਿ ਪ੍ਰਭੂ ਦਾ ਆਤਮਾ ਹਰ ਵੇਲੇ ਸਾਡੇ 'ਚ ਵਸਦਾ, ਫਿਰ ਹਰ ਵੇਲੇ ਅਸੀਂ ਗੜਬੜੀ ਕਿਉਂ ਨਹੀਂ ਕਰਦੇ? ਕੀ ਅਸੀਂ ਅੱਜ ਇਸ ਗੱਲ ਦੀ ਗਹਿਰਾਈ ਨੂੰ ਸਮਝ ਪਾ ਰਹੇ ਹਾਂ ਕਿ ਸਾਡੇ ਅੰਦਰ ਜੋ ਅਸੀਂ ਗੜਬੜੀ ਵਾਲਾ ਆਤਮਾ ਆਉਂਦਾ ਹੈ ਉਹ ਪਰਮੇਸ਼ਰ ਦਾ ਨਹੀਂ ਆ? ਕਿਉਂ ਪਰਮੇਸ਼ਰ ਦੇ ਆਗੂ ਅੱਜ ਗਲਤ ਸਿੱਖਿਆ ਦੇ ਰਹੇ ਆ? ਵਚਨ ਕਹਿੰਦਾ, ਹੇ ਅੰਨੇ ਆਗੂਓ, ਤੁਸੀਂ ਮੇਰੀ ਭੇਡਾਂ ਦੀ ਚਰਵਾਈ ਨਹੀਂ ਕਰਦੇ, ਪਰ ਉਹਨਾਂ ਤੋਂ ਸਿਰਫ ਆਪਣੇ ਮਤਲਬ ਕੱਢ ਰਹੇ ਹੋ, ਆਪਣਾ ਬਿਜ਼ਨਸ ਚਲਾ ਰਹੇ ਹੋ। ਤੁਸੀਂ ਕਹਿੰਦਾ ਮੇਰੀਆਂ ਮੋਟੀਆਂ ਭੇਡਾਂ ਨੂੰ ਖਾਈ ਜਾ ਰਹੇ ਆ ਅਤੇ ਕਮਜ਼ੋਰਾਂ ਨੂੰ ਠੀਕ ਨਹੀਂ ਕਰਦੇ। ਕਿਉਂ ਪਰਮੇਸ਼ਰ ਦੇ ਵਚਨ ਨੂੰ ਗਲਤ ਪ੍ਰੈਜ਼ੈਂਟ ਕੀਤਾ ਜਾਂਦਾ ਕਿ ਪਵਿੱਤਰ ਆਤਮਾ ਉਤਰਿਆ, ਸਾਰਾ ਚਰਚ ਝੂਮਣ ਨੱਚਣ ਗਾਉਣ ਲੱਗ ਜਾਂਦਾ। ਪਰਮੇਸ਼ਰ ਦਾ ਆਤਮਾ ਸਮਝ ਦੇਣ ਵਾਲਾ, ਗਿਆਨ ਦੇਣ ਵਾਲਾ, ਸੱਚ ਦਾ ਆਤਮਾ ਚੰਗਾ ਕਰਨ ਵਾਲਾ ਤੁਹਾਡੇ ਸਰੀਰ 'ਚ ਹਰ ਵੇਲੇ ਵਸਣ ਵਾਲਾ ਆ। ਅਰ ਜੇ ਹਰ ਵੇਲੇ ਤੁਸੀਂ ਬੇਸੁਰਤ ਨਹੀਂ ਹੁੰਦੇ, ਤਾਂ ਹਰ ਵੇਲੇ ਤੁਸੀਂ ਤਾੜੀਆਂ ਨਹੀਂ ਮਾਰਦੇ, ਫਿਰ ਉਸੇ ਸਮੇਂ ਕਿਉਂ ਮਾਰਦੇ? ਇੱਕੋ ਹੀ ਆਤਮਾ ਆ ਔਰ ਹਰ ਵੇਲੇ ਤੁਹਾਡੇ ਨਾਲ ਆ। ਕਹਿੰਦਾ ਮੈਂ ਸਦਾ ਤੁਹਾਡੇ ਨਾਲ ਰਵਾਂਗਾ, ਮੈਂ ਨਾ ਤੁਹਾਨੂੰ ਕਦੇ ਛੱਡਾਂਗਾ ਤੇ ਨਾ ਹੀ ਤਿਆਗਾਂਗਾ। ਜਦੋਂ ਹਰ ਵੇਲੇ ਸਾਡੇ ਨਾਲ ਹੈ, ਫਿਰ ਅਸੀਂ ਹਰ ਵੇਲੇ ਗੜਬੜੀ ਕਿਉਂ ਨਹੀਂ ਕਰਦੇ? ਜਦੋਂ ਅਸੀਂ ਕਰਦੇ ਹਾਂ ਉਹ ਵਿਰੋਧੀ ਦਾ ਆਤਮਾ ਆ, ਔਰ ਉਸ ਵਿਰੋਧੀ ਦੇ ਆਤਮਾ ਤੋਂ ਬਚਣ ਦੇ ਲਈ ਦੁਆ ਕਰੋ। ਉਸ ਚੀਜ਼ ਤੋਂ ਖੁਸ਼ ਨਾ ਹੋਵੋ ਕਿ ਸਾਡੇ ਤੇ ਪਵਿੱਤਰ ਆਤਮਾ ਉਤਰਦਾ। ਦੁਆ ਕਰੋ ਕਿ ਪਰਮੇਸ਼ਰ ਸਾਡੇ ਗੜਬੜੀ ਦੇ ਆਤਮਾ ਤੋਂ ਸਾਡੇ ਸਰੀਰਾਂ ਨੂੰ ਆਜ਼ਾਦ ਕਰੋ। ਸਾਡੇ ਸਰੀਰਾਂ ਤੇ ਜਦ ਉਤਰੇ ਤਾਂ ਤੁਹਾਡਾ ਪਵਿੱਤਰ ਆਤਮਾ ਉਤਰੇ, ਉਹ ਸਾਡੀ ਗਿਆਨ, ਬੁੱਧ, ਸਮਝ ਨੂੰ ਖੋਲ ਦੇਵੇ, ਸਾਨੂੰ ਪਾਪ ਦੇ ਵਿੱਚੋਂ ਕੱਢੇ, ਸਾਨੂੰ ਵਿਅਰਥ ਦੀਆਂ ਗੱਲਾਂ 'ਚ ਨਾ ਪਾਵੇ, ਸਾਡੇ ਦਿਮਾਗਾਂ ਨੂੰ ਭ੍ਰਿਸ਼ਟ ਨਾ ਕਰੇ, ਪਰ ਸਾਡੀਆਂ ਭੁੱਲੀਆਂ ਅਤੇ ਅਣਹੋਈਆਂ ਚੀਜ਼ਾਂ ਦੇ ਲਈ ਸਾਡੇ ਤੇ ਭੇਤ ਪ੍ਰਗਟ ਕਰੇ, ਤਾਂ ਜੋ ਅਸੀਂ ਉਸ ਆਤਮਾ ਦੇ ਵਸੀਲੇ ਕੋਈ ਭਲਾ ਕੰਮ ਕਰ ਸਕੀਏ। ਥੱਲੇ ਚੀਕਾਂ ਮਾਰੀਏ, ਤਾੜੀਆਂ ਮਾਰੇ, ਇਹ ਕੰਮ ਨਹੀਂ। ਪਰਮੇਸ਼ਰ ਦੇ ਆਤਮਾ ਦੇ ਦੁਆਰਾ ਕੋਈ ਭਲਾ ਕੰਮ ਕਰ ਸਕੀਏ। ਹਾਲੇਲੂਇਆ। ਆਵਾਜ਼ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਤਾਰੀਫ, 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 ਤਾਰੀਫ ਕਰਦੇ ਖੁਦਾਵੰਦ ਖੁਦਾ, ਪਵਿੱਤਰ ਪਰਮੇਸ਼ਰ, ਤੁਹਾਡੇ ਸਾਮਰਥੀ ਨਾਮ ਦੀ ਤਾਰੀਫ ਕਰਦੇ ਖੁਦਾਵੰਦ ਖੁਦਾ। ਅੱਜ ਦੀ ਸਵੇਰ ਦੇ ਲਈ, ਅੱਜ ਦੇ ਦਿਨ ਦੇ ਲਈ, ਅੱਜ ਦੇ ਦਿਨ ਦੀ ਖਾਸ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ।
ਤੁਸੀਂ ਮਹਾਨ ਦਇਆ ਕਰਨ ਵਾਲੇ ਤੇ ਪਵਿੱਤਰ ਪਰਮੇਸ਼ਰ ਹੋ ਪ੍ਰਭੂ ਜੀ। ਸੱਚਮੁੱਚ ਤੁਸੀਂ ਆਪਣੇ ਗਹਿਰੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਪਿਤਾ ਪਰਮੇਸ਼ਰ। ਆਪਣਾ ਸੱਚ ਦਾ ਵਚਨ ਸਾਨੂੰ ਦਿੱਤਾ ਪ੍ਰਭੂ ਜੀ, ਤਾਂ ਜੋ ਸੱਚਾਈ ਦੇ ਵਚਨ ਦੇ ਦੁਆਰਾ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਸਹੀ ਲਾਈਨ ਤੇ ਲੈ ਜਾਈਏ, ਸਹੀ ਰਾਹ ਤੇ ਲੈ ਜਾਈਏ। ਤੁਹਾਡਾ ਸੱਚਾ ਸਹਾਇਕ ਪਵਿੱਤਰ ਆਤਮਾ ਸਾਨੂੰ ਸੰਭਾਲੇ ਪਿਤਾ ਪਰਮੇਸ਼ਰ, ਕਿਉਂਕਿ ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਦਾਤਾਂ ਅਨੇਕ ਪ੍ਰਕਾਰ ਦੀਆਂ ਪਰ ਆਤਮਾ ਇੱਕੋ ਆ, ਔਰ ਉਹ ਆਤਮਾ ਪਿਆਰ, ਸੰਜਮ, ਸ਼ਾਂਤੀ, ਆਨੰਦ, ਧੀਰਜ, ਦਿਆਲਗੀ, ਭਲਾਈ ਅਤੇ ਵਫਾਦਾਰੀ ਦਾ ਆਤਮਾ ਆ। ਖੁਦਾਵੰਦ ਤੁਹਾਡਾ ਵਫਾਦਾਰੀ ਦਾ ਆਤਮਾ ਸਾਡੇ ਤੇ ਉਤਰੇ, ਸਾਨੂੰ ਸ਼ਾਂਤੀ ਨਾਲ ਭਰੇ ਪਿਤਾ ਪਰਮੇਸ਼ਰ। ਅੱਜ ਜਿੰਨੇ ਵੀ ਭੈਣ ਭਾਈ ਇਹਨਾਂ ਵਚਨਾਂ ਨੂੰ ਸੁਣ ਰਹੇ ਨੇ ਔਰ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਆਪ ਨੂੰ, ਆਪਣੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪੇ ਹੋਏ ਨੇ ਪਿਤਾ ਪਰਮੇਸ਼ਰ। ਹਰ ਇੱਕ ਜਨ ਤੁਹਾਡੇ ਸੱਚਾਈ ਦੇ ਪਵਿੱਤਰ ਆਤਮਾ ਦੇ ਨਾਲ ਭਰ ਜਾਵੇ ਪਿਤਾ ਜੀ। ਆਨੰਦ, ਸ਼ਾਂਤੀ, ਧੀਰਜ ਅਤੇ ਭਲਾਈ ਇਹਨਾਂ ਦਾ ਜੌਨ ਭਰ ਪਿੱਛਾ ਕਰਨ। ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਦੁਆਰਾ ਦੱਸਿਆ ਕਿ ਪਰਮੇਸ਼ਰ ਦਾ ਆਤਮਾ ਗੜਬੜੀ ਦਾ ਆਤਮਾ ਨਹੀਂ ਆ, ਸਗੋਂ ਸ਼ਾਂਤੀ ਦਾ ਆਤਮਾ ਹੈ। ਖੁਦਾਵੰਦ ਆਪਣੇ ਸੱਚੇ ਸ਼ਾਂਤੀ ਦੇ ਆਤਮਾ ਨੂੰ ਅੱਜ ਇਹਨਾਂ ਸਾਰੇ ਭੈਣਾਂ ਭਾਈਆਂ ਦੇ ਲਈ ਵਹਾ ਦਿਓ ਪਿਤਾ ਪਰਮੇਸ਼ਰ, ਕਿਉਂਕਿ ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਵਿਰੋਧੀ ਦਾ ਆਤਮਾ ਆਉਂਦਾ ਆ ਤੇ ਉਹ ਸੱਚਮੁੱਚ ਅੱਜ ਵੀ ਸੰਸਾਰ ਦੇ ਵਿੱਚ ਆ। ਜੋ ਵੀ ਵਿਰੋਧੀ ਦਾ ਆਤਮਾ ਬਹੁਤਿਆਂ ਦੇ ਸਰੀਰਾਂ ਨੂੰ ਛੂੰਹਦਾ ਅਤੇ ਵਿਅਰਥ ਦੇ ਕੰਮਾਂ ਦੇ ਵਿੱਚ ਪਾਉਂਦਾ, ਵਿਅਰਥ ਦਾ ਰੌਲਾ ਪਾਉਂਦਾ ਆ ਪ੍ਰਭੂ ਜੀ, ਔਰ ਤੁਹਾਡੀ ਸ਼ਾਂਤੀ ਨੂੰ ਭੰਗ ਕਰਦਾ ਆ, ਉਸ ਹਰ ਇੱਕ ਵਿਰੋਧੀ ਦੇ ਆਤਮਾ ਨੂੰ ਸਾਰੇ ਘਰਾਂ ਪਰਿਵਾਰਾਂ ਕਲੀਸਿਆਵਾਂ ਦੇ ਵਿੱਚੋਂ ਬਾਹਰ ਕੱਢ ਦਿੰਨੇ ਪਿਤਾ ਪਰਮੇਸ਼ਰ ਔਰ ਬੰਨ ਦਿੰਨੇ ਆ ਪ੍ਰਭੂ ਜੀ। ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜੋ ਕੁਝ ਤੁਸੀਂ ਧਰਤੀ ਤੇ ਬੰਨੋਗੇ ਸਵਰਗ 'ਚ ਬੰਨਿਆ ਜਾਵੇਗਾ। ਖੁਦਾਵੰਦ ਉਸ ਨੂੰ ਬੰਨ ਦਿੰਨੇ ਪਿਤਾ ਪਰਮੇਸ਼ਰ, ਹਮੇਸ਼ਾ ਦੇ ਲਈ ਨਾਸ਼ ਕਰਦੇ ਆ, ਪਵਿੱਤਰ ਆਤਮਾ ਦੀ ਅੱਗ ਦੇ ਨਾਲ ਜਲਾ ਕੇ ਭਸਮ ਕਰਦੇ ਆ ਪ੍ਰਭੂ ਜੀ। ਅੱਜ ਤੋਂ ਉਹ ਗੜਬੜੀ ਦਾ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਕਦੇ ਕੰਮ ਨਾ ਕਰੇ। ਖੁਦਾਵੰਦ ਜੋ ਵੀ ਕਹਿੰਦਾ ਕਿ ਮੇਰੇ ਤੇ ਪਵਿੱਤਰ ਆਤਮਾ ਉਤਰਦਾ, ਪਰ ਉਹ ਵਿਰੋਧੀ ਦੇ ਆਤਮਾ ਦੇ ਦੁਆਰਾ ਸਤਾਇਆ ਜਾ ਰਿਹਾ ਔਰ ਭੁਲਾਵੇ ਵਿੱਚ ਪਾਇਆ ਜਾ ਰਿਹਾ। ਅੱਜ ਹਰ ਉਹ ਸਰੀਰ ਉਸ ਵਿਰੋਧੀ ਦੇ ਆਤਮਾ ਤੋਂ ਆਜ਼ਾਦ ਕੀਤਾ ਜਾਵੇ। ਜਿੰਨਾ ਵੀ ਭੈਣਾਂ ਭਾਈਆਂ ਨੂੰ ਉਸ ਵਿਰੋਧੀ ਦੇ ਆਤਮਾ ਨੇ ਜਕੜਿਆ ਹੋਇਆ, ਬੁਰੀਆਂ ਹਰਕਤਾਂ ਔਰ ਰੌਲਾ ਔਰ ਚੀਕਾਂ ਪਾਉਣ ਵਾਲੇ ਕੰਮ ਕਰਦਾ ਆ, ਉਹ ਹਰ ਇੱਕ ਸਰੀਰ ਅੱਜ ਆਜ਼ਾਦ ਕੀਤਾ ਜਾਵੇ। ਇਹ ਗੜਬੜੀ ਦਾ ਆਤਮਾ ਅੱਜ ਇਹਨਾਂ ਸਾਰੇ ਘਰਾਂ ਪਰਿਵਾਰਾਂ ਤੋਂ ਆਜ਼ਾਦ ਕੀਤਾ ਜਾਵੇ ਖੁਦਾਵੰਦ। ਸੱਚਮੁੱਚ ਸੌਲਸ ਦੇ ਵਿੱਚ ਗੜਬੜੀ ਦਾ ਆਤਮਾ ਸੀ ਅਤੇ ਉਹ ਪਿੱਛੇ ਨੂੰ ਡਿੱਗਿਆ। ਖੁਦਾਵੰਦ ਅਸੀਂ ਪਿੱਛੇ ਨੂੰ ਡਿੱਗਣ ਵਾਲੇ ਨਾ ਹੋਈਏ, ਅਸੀਂ ਯੋਹੰਨਾ ਦੀ ਤਰ੍ਹਾਂ ਤੁਹਾਡੇ ਅੱਗੇ ਨਮਨ ਕਰੀਏ, ਤੁਹਾਡੇ ਅੱਗੇ ਆਪਣਾ ਸਿਰ ਝੁਕਾਈਏ ਤੇ ਤੁਹਾਡੇ ਰਾਜ ਦੇ ਲਈ ਤਿਆਰ ਕੀਤੇ ਜਾਈਏ। ਖੁਦਾਵੰਦ ਆਪਣੇ ਸੱਚੇ ਸਹਾਇਕ ਪਵਿੱਤਰ ਆਤਮਾ ਨੂੰ ਸਾਡੇ ਤੇ ਪ੍ਰਗਟ ਕਰੋ ਪਿਤਾ, ਤਾਂ ਜੋ ਉਹ ਸਾਡੀ ਸਹਾਇਤਾ ਕਰੇ। ਸੱਚਮੁੱਚ ਉਹ ਸਾਨੂੰ ਸਭ ਕੁਝ ਸਿਖਾਵੇ ਜੋ ਤੁਹਾਡੇ ਵੱਲੋਂ ਆ, ਔਰ ਸਾਨੂੰ ਤੁਹਾਡੀ ਕੁਰਬਾਨੀ ਨੂੰ ਹਰ ਵੇਲੇ ਯਾਦ ਕਰਵਾਵੇ, ਅਤੇ ਜੋ ਕੁਝ ਤੁਸੀਂ ਉਹਨੂੰ ਕਹਿੰਦੇ ਹੋ ਸਾਡੇ ਕੋਲੇ ਉਹਨਾਂ ਸੱਚੇ ਵਚਨਾਂ ਨੂੰ ਔਰ ਸੱਚ ਦੇ ਸੰਦੇਸ਼ ਨੂੰ ਲੈ ਕੇ ਆਵੇ ਖੁਦਾਵੰਦ। ਸੱਚਮੁੱਚ ਪਰਮੇਸ਼ਰ ਪਿਤਾ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਦੇ ਨਾਲ ਤੁਹਾਡੀ ਅਗਵਾਈ ਕਰੇਗਾ ਪਿਤਾ। ਸੱਚਾਈ ਦਾ ਆਤਮਾ ਸਾਡੇ ਉੱਤੇ ਗਹਿਰੇ ਅਤੇ ਸੱਚੇ ਭੇਤਾਂ ਨੂੰ ਪ੍ਰਗਟ ਕਰੇ ਪ੍ਰਭੂ ਜੀ। ਅਸੀਂ ਕਿਸੇ ਵਿਰੋਧੀ ਦੀ ਸ਼ਕਤੀ ਦੇ ਦੁਆਰਾ ਗ੍ਰਸਿਤ ਨਾ ਕੀਤੇ ਜਾਈਏ ਪਿਤਾ ਪਰਮੇਸ਼ਰ, ਪਰ ਤੁਹਾਡੇ ਸੱਚਾਈ ਦੇ ਸ਼ਬਦ ਸਾਨੂੰ ਛੂਹਣ ਅਤੇ ਬਲੈਸ ਕਰਨ ਪਿਤਾ ਪਰਮੇਸ਼ਰ। ਸੱਚਾਈ ਦਾ ਪਵਿੱਤਰ ਆਤਮਾ ਸਾਨੂੰ ਸਾਰੇ ਬੁਰਾਈ ਦੇ ਔਰ ਗਲਤ ਰਾਹਾਂ ਤੋਂ ਔਰ ਵਿਅਰਥ ਦੀਆਂ ਚੀਜ਼ਾਂ ਤੋਂ ਬਾਹਰ ਕੱਢੇ। ਆਖਰੀ ਸ਼ਬਦਾਂ ਦੇ ਵਿੱਚ ਪਿਤਾ ਪਰਮੇਸ਼ਰ ਜੋ ਤੁਸੀਂ ਸਾਨੂੰ ਲਾਸਟ ਅਤੇ ਬਹੁਤ ਹੀ ਇੰਪੋਰਟੈਂਟ ਸੰਦੇਸ਼ ਦਿੱਤਾ ਕਿ ਤੁਹਾਡਾ ਸਰੀਰ ਪਰਮੇਸ਼ਰ ਦੀ ਪਵਿੱਤਰ ਹੈਕਲ ਹੈ ਜਿਹਦੇ ਵਿੱਚ ਪ੍ਰਭੂ ਦਾ ਆਤਮਾ ਵਾਸ ਕਰਦਾ ਆ। ਖੁਦਾਵੰਦ ਸੱਚਮੁੱਚ ਤੁਹਾਡਾ ਆਤਮਾ ਸ਼ਾਂਤੀ ਦਾ, ਪ੍ਰੇਮ ਦਾ, ਦਇਆ ਦਾ ਔਰ ਆਨੰਦ ਦਾ ਆਤਮਾ ਸਾਡੇ ਵਿੱਚ ਵਾਸ ਕਰੇ ਪਿਤਾ। ਸਾਨੂੰ ਦੱਸੇ ਕਿ ਅਸੀਂ ਕਿਹੜੇ ਕੰਮ ਕਰਨੇ ਆ, ਸਾਨੂੰ ਗਿਆਨ ਬੁੱਧ ਦੇਵੇ ਪਿਤਾ ਪਰਮੇਸ਼ਰ। ਅਸੀਂ ਬੇਸੁਰਤ ਨਾ ਹੋਈਏ ਪਿਤਾ ਪਰਮੇਸ਼ਰ, ਪਰ ਅਸੀਂ ਸੱਚਮੁੱਚ ਸਮਝ ਬੁੱਧ ਨੂੰ ਪ੍ਰਾਪਤ ਕਰੀਏ। ਅਸੀਂ ਨਾ ਸਮਝ ਨਾ ਹੋਈਏ ਪਿਤਾ, ਪਰ ਤੁਹਾਡਾ ਗਿਆਨ ਦਾ ਆਤਮਾ ਸਾਡੇ ਤੇ ਉਤਰੇ। ਅਸੀਂ ਗੜਬੜੀ ਨਾ ਕਰੀਏ, ਪਰ ਸ਼ਾਂਤੀ ਪ੍ਰੇਮ ਦੇ ਨਾਲ ਰਹੀਏ। ਅਸੀਂ ਵਿਅਰਥ ਦਾ ਰੌਲਾ ਨਾ ਪਾਈਏ, ਪਰ ਚੁੱਪ ਕੀਤੇ ਤੁਹਾਡੇ ਕੰਮਾਂ ਦੇ ਵਿੱਚ ਵਾਧੇ ਜਾਈਏ। ਹਰ ਇੱਕ ਭੈਣ ਭਾਈ ਨੂੰ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਪਿਤਾ। ਪਵਿੱਤਰ ਆਤਮਾ ਦੀ ਸਾਮਰਥ ਨੂੰ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਉੱਤੇ ਮੰਗਦੇ ਹੋਏ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।